सत श्री अकाल जी, स्वागत करते हैं सारे दर्शकों का एक बार फिर तो अपने इस मंच से, इस चैनल से और स्टूडियो ਦੇ ਵਿੱਚ। ਪੰਜਾਬ ਤੋਂ ਕੈਨੇਡਾ ਜਾਣ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬੱਚੇ ਹਰ ਵੇਲੇ ਉਤਾਵਲੇ ਰਹਿੰਦੇ ਨੇ, ਕਿਉਂਕਿ ਆਪਣਾ ਹਾਇਰ ਐਜੂਕੇਸ਼ਨ, ਹਾਇਰ ਸਟੱਡੀਜ਼, ਫਿਊਚਰ ਉਹਨਾਂ ਨੂੰ ਸਿਰਫ ਔਰ ਸਿਰਫ ਕੈਨੇਡਾ ਦੇ ਵਿੱਚ ਦਿਖਦਾ ਹੈ। ਸੋ ਪੰਜਾਬ ਦੀ ਗੱਲ ਕਰ ਲਈਏ ਤਾਂ ਦਿਨੋਂ ਦਿਨ ਕੰਸਲਟੈਂਟ ਵੀ ਵੱਧਦੇ ਜਾ ਰਹੇ ਨੇ। ਬੱਚਾ ਕਨਫਿਊਜ਼ ਹੋ ਰਿਹਾ ਹੈ ਕਿ ਮੇਰੀ ਬੇੜੀ ਕੌਣ ਪਾਰ ਲਾ ਸਕਦਾ ਹੈ, ਕੌਣ ਮੈਨੂੰ ਕੈਨੇਡਾ ਦਾ ਵੀਜ਼ਾ ਦਵਾ ਸਕਦਾ ਹੈ। ਤਾਮ ਜਾਮ ਦੇਖ ਕੇ ਕਈ ਵਾਰ ਵੱਡੇ ਵੱਡੇ ਦਫ਼ਤਰਾਂ ਦੇ ਵਿੱਚ ਅਸੀਂ ਚਲੇ ਜਾਂਦੇ ਹਾਂ, ਪਰ ਸਾਨੂੰ ਸਾਡੀ ਸੇਧ ਜ਼ਿੰਦਗੀ ਦੀ ਨਹੀਂ ਮਿਲ ਪਾਉਂਦੀ। ਸਾਡਾ ਫਿਊਚਰ ਕਿੱਥੇ ਬਣ ਸਕਦਾ, ਕੌਣ ਬਣ ਸਕਦਾ, ਕਿਹੜੇ ਕਾਲਜ 'ਚ ਬਣ ਸਕਦਾ, ਸਾਨੂੰ ਨਹੀਂ ਪਤਾ ਲੱਗ ਪਾਉਂਦਾ। ਅੱਜ ਅਸੀਂ ਖਾਸ ਤੌਰ 'ਤੇ ਆਪਣੇ ਸਟੂਡੀਓ ਦੇ ਵਿੱਚ ਇਨਵਾਈਟ ਕੀਤਾ ਹੋਇਆ ਹੈ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ਹੋਣਾ ਨੂੰ। ਸੋ ਪਾਇਨੀਅਰ ਇਮੀਗ੍ਰੇਸ਼ਨ ਦੀ ਗੱਲ ਕਰ ਲਈਏ, ਡਾਕਟਰ ਰਵੀ ਗਰਗ ਹੋਣਾ ਦੀ ਗੱਲ ਕਰ ਲਈਏ ਤਾਂ ICCRC ਮੈਂਬਰ ਨੇ। ਹਰ ਵਾਰ ਅਸੀਂ ਆਪਣੇ ਸ਼ੋਅ ਦੇ ਵਿੱਚ ਦੱਸਦੇ ਹਾਂ ਕਿ ICCRC ਉਹ ਮੈਂਬਰ ਨੇ ਜੋ ਕੈਨੇਡਾ ਸਰਕਾਰ, ਕੈਨੇਡਾ ਹਾਈ ਕਮਿਸ਼ਨ ਵੱਲੋਂ ਆਥੋਰਾਈਜ਼ਡ ਹੁੰਦੇ ਨੇ। ਉਹਨਾਂ ਦੇ ਉੱਪਰ ਇੱਕ ਸਰਕਾਰ ਦਾ ਚੈੱਕ ਹੁੰਦਾ ਹੈ, ਉਹ ਕੀ ਗਾਈਡੈਂਸ ਦੇ ਰਹੇ ਨੇ, ਕਿਸ ਤਰ੍ਹਾਂ ਦੇ ਬੱਚੇ ਰਿਕਰੂਟ ਕਰ ਰਹੇ ਨੇ, ਕਿੱਦਾਂ ਦੀ ਇਨਫੋਰਮੇਸ਼ਨ ਦੇ ਰਹੇ ਨੇ ਔਰ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਨੇ। ਕੋਈ 2 ਨੰਬਰ ਦਾ ਕੰਮ ਨਹੀਂ ਕਰ ਸਕਦੇ, ਕੋਈ ਗਲਤ ਇਨਫੋਰਮੇਸ਼ਨ ਨਹੀਂ ਦੇ ਸਕਦੇ। ਸਾਫ਼ ਸੁਥਰੀ ਸਪਸ਼ਟ ਇਨਫੋਰਮੇਸ਼ਨ ਦੇਣਾ ਉਹਨਾਂ ਦਾ ਫਰਜ਼ ਹੁੰਦਾ। ਸੋ ਅੱਜ ਜੋ ਵੀ ਇਸ ਮੰਚ 'ਤੇ ਗੱਲਾਂ ਕਰਾਂਗੇ, ਬਹੁਤ ਸਿੱਧੀਆਂ ਸਿੱਧੀਆਂ, ਸਾਫ਼ ਸੁਥਰੀਆਂ ਔਰ ਡਾਇਰੈਕਟ ਗੱਲਾਂ ਕਰਾਂਗੇ, ਟਰਾਂਸਪੇਰੈਂਟ ਗੱਲਾਂ ਕਰਾਂਗੇ। ਡਾਕਟਰ ਰਵੀ ਗਰਗ ਹੋਣਾ ਦਾ ਸਵਾਗਤ ਕਰ ਲੈਂਦੇ ਹਾਂ ਪਾਇਨੀਅਰ ਇਮੀਗ੍ਰੇਸ਼ਨ। ਉਸ ਤੋਂ ਬਾਅਦ ਸਵਾਲ ਜਵਾਬ ਮੌਤ ਰਹੇ ਮੇਰੇ ਕੋਲ, ਕਿਉਂਕਿ ਕੋਵਿਡ ਤੋਂ ਬਾਅਦ ਡਾਕਟਰ ਸਾਹਿਬ ਵੀ ਕੈਨੇਡਾ ਸੀ, ਤਾਂ ਕੈਨੇਡਾ ਤੋਂ ਹੁਣ ਸਪੈਸ਼ਲ ਆਏ ਨੇ ਇੱਥੇ ਪੰਜਾਬ ਦੇ ਵਿੱਚ ਆਪਣੇ ਸਟੂਡੈਂਟਸ ਨੂੰ ਮਿਲਣ ਲਈ। ਬਹੁਤ ਲੰਮਾ ਸਮਾਂ ਅਸੀਂ ਬੱਚਿਆਂ ਨੂੰ ਨਹੀਂ ਮਿਲ ਪਾਏ ਸੀ। ਬਹੁਤ ਸਵਾਲ ਮੇਰੇ ਕੋਲ ਵੀ ਨੇ ਜਿਹੜਾ ਉਹਨਾਂ ਨੂੰ ਕਰਨ ਵਾਲੇ ਨੇ। ਪਹਿਲਾਂ ਸਵਾਗਤ ਕਰ ਲੈਂਦੇ, ਫਿਰ ਸਵਾਲ ਜਵਾਬ ਸ਼ੁਰੂ ਕਰਾਂਗੇ। ਖਾਸ ਤੌਰ 'ਤੇ ਉਹ ਬੱਚੇ ਇਸ ਸ਼ੋਅ ਨੂੰ ਧਿਆਨ ਨਾਲ ਸੁਣਨ ਜਿਹੜੇ ਕਿਊਬੈਕ ਜਾਣਾ ਚਾਹੁੰਦੇ ਸੀ ਜਾਂ ਆਪਣੇ ਰਿਜ਼ਲਟ ਦੀ ਵੇਟ ਕਰ ਰਹੇ ਨੇ ਜਾਂ ਫਿਊਚਰ 'ਚ ਕਿਊਬੈਕ ਜਾਣਾ ਚਾਹੁੰਦੇ ਨੇ, ਉਹਨਾਂ ਲਈ ਇੱਕ ਸ਼ੋਅ ਜਿਹੜਾ ਖਾਸ ਹੋ ਸਕਦਾ ਹੈ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਮਨੀਸ਼ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸੁਰੱਖਿਆ, ਪਹਿਲਾਂ ਤਾਂ ਬਹੁਤ ਨਿੱਘਾ ਸਵਾਗਤ, ਨਿੱਘੀ ਜੀ ਆਇਆਂ ਨੂੰ। ਤੁਸੀਂ ਲੰਬੇ ਸਮੇਂ ਤੋਂ ਬਾਅਦ ਇੱਥੇ ਪੰਜਾਬ ਆਏ ਹੋ ਕੈਨੇਡਾ ਤੋਂ। ਸੋ ਇੱਥੇ ਪੰਜਾਬ ਦੇ ਬੱਚੇ ਤਾਂ ਬਹੁਤ ਪਰੇਸ਼ਾਨ ਸੀ ਕੋਵਿਡ ਕਰਕੇ, ਕਿਉਂਕਿ ਰਿਜ਼ਲਟਸ ਨਹੀਂ ਆ ਰਹੇ ਸੀ। ਰਿਜ਼ਲਟ ਆਉਣੇ ਸ਼ੁਰੂ ਹੋਏ ਅਤੇ AIPs ਆਉਣੇ ਸ਼ੁਰੂ ਹੋਈਆਂ, ਬੱਚਿਆਂ ਦੀ ਫੀਸਾਂ ਗਈਆਂ ਹੋਈਆਂ ਸੀ। ਕੁਛ ਇੱਕ ਬੱਚਿਆਂ ਦੀਆਂ AIP ਤੋਂ ਬਾਅਦ ਵੀਜ਼ੇ ਰਿਜੈਕਟ ਹੋ ਗਏ, ਜਿਨ੍ਹਾਂ ਦੀ 6-6 ਮਹੀਨੇ ਦੀ, 8-8 ਮਹੀਨੇ ਦੀ ਫੀਸ ਮਰ ਗਈ, ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੋ ਬਹੁਤ ਉਤਾਰ ਚੜ੍ਹਾਅ ਦੇਖੇ ਪਿਛਲੇ ਅਸੀਂ 1 ਸਾਲ ਦੇ ਵਿੱਚ। 31 ਦਸੰਬਰ ਨੂੰ ਕਿਊਬੈਕ ਦੇ ਕੁਛ ਕਾਲਜਿਸ, ਕਰੀਬ 10 ਦੇ ਕਰੀਬ ਕਾਲਜਿਸ, ਜਿਨ੍ਹਾਂ ਦੀ CAQ ਟੈਂਪਰੇਰੀ ਸਸਪੈਂਡ ਕਰ ਦਿੱਤੇ ਗਈਆਂ ਕਿਊਬੈਕ ਗੌਰਮੈਂਟ ਵੱਲੋਂ। ਉਸ ਤੋਂ ਬਾਅਦ ਬੱਚੇ ਡਰ ਗਏ ਬਹੁਤ। ਹੀ ਕੰਸਲਟੈਂਟ ਨੇ ਕਿਹਾ ਕਿ ਆਪਣੀ ਫੀਸਾਂ ਵਿਡਰਾ ਕਰਾ ਲਓ, ਤੁਹਾਡੇ ਪੈਸੇ ਮਰ ਜਾਣਗੇ, ਤੁਸੀਂ ਫਲਾਣੇ ਕਾਲਜ 'ਚ ਐਡਮਿਸ਼ਨ ਲੈ ਲਓ, ਉੱਥੇ ਤੁਹਾਡੇ ਪੈਸੇ ਬਚ ਸਕਦੇ ਆ। ਕੁਛ ਕੁ ਬੱਚਿਆਂ ਨੇ ਫੀਸਾਂ ਵਿਡਰਾ ਕਰਾ ਲਈਆਂ, ਕੁਛ ਹਾਲੇ ਵੀ ਡਟ ਕੇ ਖੜੇ ਰਹੇ ਕਿ ਨਹੀਂ, ਅਸੀਂ ਆਪਣੇ ਕੰਸਲਟੈਂਟ ਦੇ ਨਾਲ ਆ, ਸਾਨੂੰ ਯਕੀਨ ਆ ਕਿ ਸਾਡੇ ਵੀਜ਼ੇ ਆਉਣਗੇ। ਫਿਰ ਇੱਕ ਖਬਰ ਆਈ ਕਿ ਜਿਹੜੇ ਵੀ 10 ਕਾਲਜ ਜਿਨ੍ਹਾਂ ਦੀ CAQ ਟੈਂਪਰੇਰੀ ਸਸਪੈਂਡ ਕੀਤੀ ਗਈ ਹੈ, 31 ਮਾਰਚ ਤੱਕ ਉਹਨਾਂ ਦੇ ਰਿਜ਼ਲਟਸ ਅਸੀਂ ਹੋਲਡ ਕਰਾਂਗੇ। 31 ਮਾਰਚ ਤੱਕ ਰਿਜ਼ਲਟ ਦੇ ਦੇਵਾਂਗੇ। ਬੱਚਿਆਂ ਨੇ ਫਿਰ ਵੱਡਾ ਦਿਲ ਕਰਨਾ 31 ਮਾਰਚ ਤੱਕ ਵੇਟ ਕੀਤੀ, ਪਰ ਉਹ 31 ਮਾਰਚ ਵੀ ਲੰਘ ਗਿਆ। ਅਸੀਂ ਹੁਣ ਅਪ੍ਰੈਲ 'ਚ ਬੈਠੇ ਹਾਂ। ਹੁਣ ਬੱਚਿਆਂ ਨੂੰ ਕੋਈ ਅਪਡੇਟਸ ਨਾ ਤਾਂ ਕੈਨੇਡਾ ਸਰਕਾਰ ਵੱਲੋਂ, ਨਾ ਹਾਈ ਕਮਿਸ਼ਨ ਵੱਲੋਂ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ। 31 ਮਾਰਚ ਨਿਕਲ ਗਿਆ ਹੈ। ਉਹ 10 ਕਾਲਜਾਂ ਦੀ ਜਿਨ੍ਹਾਂ ਦੀ ਟੈਂਪਰੇਰੀ CAQ ਸਸਪੈਂਡ ਕੀਤੀਆਂ ਗਈਆਂ ਸੀ, ਉਹਨਾਂ ਦਾ ਕੀ ਹੋਇਆ? ਰਿਜ਼ਲਟਸ ਆਉਣਗੇ, ਨਹੀਂ ਆਉਣਗੇ, ਹੋਰ ਵੇਟ ਕਰਨੀ ਪੈ ਸਕਦੀ ਹੈ। ਤੁਹਾਡੇ ਕੋਲ ਇਹ ਸਵਾਲ ਪੁੱਛਣ ਦਾ ਮਕਸਦ ਸਿਰਫ ਇੰਨਾ ਹੈ, ਤੁਸੀਂ ICCRC ਮੈਂਬਰ ਹੋ, ਡਾਇਰੈਕਟ ਇਨਫੋਰਮੇਸ਼ਨ ਹਾਈ ਕਮਿਸ਼ਨ ਤੋਂ ਤੁਹਾਡੇ ਕੋਲ ਆਉਂਦੀ ਹੈ, ਤੁਸੀਂ ਉਹਨਾਂ ਨਾਲ ਅਕਸਰ ਰਾਬਤਾ ਕਰਦੇ ਰਹਿੰਦੇ ਹੋ। ਤੁਹਾਡੇ ਅਨੁਸਾਰ ਕੀ ਲੱਗਦਾ ਹੈ? ਅਸੀਂ ਅਪ੍ਰੈਲ 'ਚ ਬੈਠੇ ਹਾਂ, ਉਹ 10 ਕਾਲਜ ਦੀ CAQ ਜਿਨ੍ਹਾਂ ਦੀ ਸਸਪੈਂਡ ਕਰ ਦਿੱਤੀ ਸੀ, ਬੱਚੇ ਰਿਜ਼ਲਟ ਵੇਟ ਕਰ ਰਹੇ ਨੇ। ਕੀ ਫੀਚਰ ਦੇਖਦੇ ਹੋ? ਆਉਣਗੇ ਰਿਜ਼ਲਟ ਜਾਂ ਵੇਟ ਕਰਨੀ ਪਊਗੀ? ਮਨੀਸ਼ ਜੀ, ਅਸੀਂ ਡੈਫੀਨੇਟਲੀ ਸਾਡੇ ਵੀ ਸੈਂਕੜਾਂ ਕੇਸਿਸ ਇਹ ਲਾ ਲਓ ਕਿ ਜਿਹੜੇ ਇਹ ਵਾਲੇ 10 ਕਾਲਜਿਸ ਦੀ ਗੱਲ ਕਰੀਏ, ਕਿਊਬੈਕ ਦੇ ਕਾਲਜਿਸ ਜਿਹੜੇ ਨੇ, ਉਹਨਾਂ ਦੇ ਰਿਜ਼ਲਟਸ ਨਹੀਂ ਆਏ ਕੁਛ ਮਹੀਨਿਆਂ ਤੋਂ। ਔਰ ਨੈਚੁਰਲੀ ਪੰਜਾਬ, ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਹਜ਼ਾਰਾਂ ਸਟੂਡੈਂਟਸ ਹੋਣਗੇ ਜਿਨ੍ਹਾਂ ਦੇ ਹੋਲਡ 'ਤੇ ਹੈਗੇ ਨੇ, ਕਿਉਂਕਿ ਸਾਰੀ ਇੰਡੀਆ ਦੀ ਲਾ ਲਓ, ਪੰਜਾਬ ਦੀ ਲਾ ਲਓ, ਅਸੀਂ ਸਾਰੇ ਕੰਸਲਟੈਂਟਸ ਗਰੁੱਪਾਂ ਦੇ ਵਿੱਚ ਫੇਸਬੁੱਕ ਦੇ ਜ਼ਰੀਏ ਜਾਂ WhatsApp ਵਗੈਰਾ ਦੇ ਜ਼ਰੀਏ ਇੱਕ ਦੂਜੇ ਨਾਲ ਜੁੜੇ ਹੁੰਦੇ। ਸਾਰੀਆਂ ਖਬਰਾਂ ਇੱਕ ਦੂਜੇ ਤੱਕ ਜਾਂਦੀਆਂ ਨੇ। ਕਾਲਜ ਨੇ ਜਿਹੜੇ ਕਿਊਬੈਕ ਦੇ ਜਾਂ ਕੈਨੇਡਾ ਦੇ ਹੋਰ ਵੀ ਕਾਲਜਿਸ ਨੇ, ਉਹਨਾਂ ਨੇ ਇੰਡੀਆ ਦੇ ਵਿੱਚ ਆਪਣੇ ਰਿਪਰੈਜ਼ੈਂਟੇਟਿਵ ਨਿਯੁਕਤ ਕੀਤੇ ਹੋਏ ਨੇ, ਅਪਾਇੰਟ ਕੀਤੇ ਨੇ। ਉਹਨਾਂ ਦੇ ਨਾਲ ਸਾਡੇ ਨਾਲ ਡਾਇਰੈਕਟ ਗੱਲਬਾਤ ਹੁੰਦੀ ਰਹਿੰਦੀ ਹੈ। ਕੈਨੇਡਾ ਦੇ ਵਿੱਚ ਵੀ ਕਾਲਜਿਸ ਦੇ ਜਿਹੜੇ ਮੈਨੇਜਰਸ ਨੇ ਔਰ ਓਨਰਸ ਨੇ, ਉਹਨਾਂ ਨਾਲ ਗੱਲਬਾਤ ਹੁੰਦੀ ਹੈਗੀ ਹੈ। ਸੋ ਇਹ ਜਿਹੜਾ ਇਹ ਇੰਨੇ ਸਾਰੇ ਕੇਸਿਸ ਜਿਹੜੇ ਹੋਲਡ 'ਤੇ ਹੈਗੇ ਨੇ, ਸਟੂਡੈਂਟਸ ਉਮਰ ਵੀ ਇਸ ਤਰ੍ਹਾਂ ਦੀ ਕਿ ਹੈਗੀ 18, 20, 22 ਸਾਲ, ਜਿਹੜੇ ਕਿ ਅਪਸੈਟ ਹੋ ਜਾਂਦੇ ਨੇ ਬੜੀ ਛੇਤੀ, ਹੌਸਲਾ ਜਿਹੜਾ ਹੈਗਾ ਲੂਜ਼ ਕਰ ਜਾਂਦੇ ਨੇ। ਅਤੇ ਇਹ ਸਾਡੀ ਵੀ ਕੰਪਨੀ ਦੇ ਵਿੱਚ ਮਿਲਦੇ ਨੇ ਆਪਣੇ ਕੰਸਲਟੈਂਟ ਨੂੰ। ਨੈਚੁਰਲੀ ਹਰ ਬੰਦਾ ਅਪਸੈਟ ਹੈ, ਕਾਲਜ ਵੀ ਅਪਸੈਟ ਔਰ ਸਟੂਡੈਂਟਸ ਵੀ ਅਪਸੈਟ ਹੈ ਔਰ ਕੰਸਲਟੈਂਟ ਵੀ ਅਪਸੈਟ। ਔਰ ਉਸ ਨੂੰ ਦੇਖਦੇ ਹੋਏ ਅਸੀਂ ਕਾਲਜਿਸ ਦੇ ਨਾਲ ਡਾਇਰੈਕਟ ਟੱਚ ਦੇ ਵਿੱਚ ਸੀਗੇ, ਅੰਬੈਸੀ ਦੇ ਨਾਲ ਡਾਇਰੈਕਟ ਟੱਚ ਵਿੱਚ। ਅੰਬੈਸੀ ਵੀ ਇਹ ਕਹਿੰਦੀ ਸੀ ਵੀ ਐਸਾ ਕੋਈ ਕਾਰਨ ਨਹੀਂ ਹੈਗਾ ਰੋਕਣ ਦਾ, ਰਿਜ਼ਲਟ ਰੋਕਣ ਦਾ। ਕਾਲਜਿਸ ਨੂੰ ਅਸੀਂ ਫਿਰ ਜ਼ੋਰ ਪਾਇਆ
ਔਰ ਕਾਲਜਿਸ ਨੇ ਉੱਥੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਮਿਲ ਕੇ ਮੀਟਿੰਗ ਫਿਕਸ ਕਰਕੇ ਕਾਲਜਿਸ ਦੀ ਮੈਨੇਜਮੈਂਟ ਨੇ ਉੱਥੇ ਦੀ ਜਿਹੜੀ ਐਮਬੈਸੀ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਔਰ ਬਕਾਇਦਾ ਉਹਨਾਂ ਨਾਲ ਮੀਟਿੰਗ ਤੋਂ ਬਾਅਦ ਸਾਨੂੰ ਇਹ ਲੈਟਰ ਭੇਜੀ ਕਿ ਸਾਡੀ ਮੀਟਿੰਗ ਹੋਈ ਔਰ ਇਮੀਗ੍ਰੇਸ਼ਨ ਮਿਨਿਸਟਰ ਨੇ ਇਹ ਜਾਣਕਾਰੀ ਦਿੱਤੀ ਔਰ ਗੱਲਬਾਤ ਦੇ ਵਿੱਚ ਕਿ ਕੋਈ ਐਸੀ ਗੱਲ ਨਹੀਂ ਹੈਗੀ, ਕੋਈ ਐਸੀ ਖਾਸ ਕਾਰਨ ਕਰਕੇ ਅਸੀਂ ਕਿਊਬੈਕ ਦੇ ਕਾਲਜਿਸ ਦੇ ਰਿਜ਼ਲਟਸ ਨਹੀਂ ਰੋਕੇ। ਕਹਿਣ ਨੂੰ ਇਮੀਗ੍ਰੇਸ਼ਨ ਮਿਨਿਸਟਰ ਨੇ ਇਹ ਕਿਹਾ ਕਿ ਕੋਵਿਡ ਦੇ ਕਰਕੇ ਸਾਡੇ ਕੋਲੇ ਮੈਨ ਪਾਵਰ ਦੀ ਘਾਟ ਹੈ, ਜਿਹਦੇ ਕਰਕੇ ਜਿਹੜੇ ਰਿਜ਼ਲਟਸ ਜਿਹੜੇ ਨੇ ਉਹਨਾਂ ਦੇ ਵਿੱਚ ਡਿਲੇ ਹੋ ਰਹੀ ਹੈ, ਵੀਜ਼ੇ ਆਉਣ ਦੇ ਵਿੱਚ ਲੇਟ ਆ ਰਹੇ ਨੇ। ਲੇਕਿਨ ਪਰਸਨਲੀ ਮੈਂ ਇਹ ਸਮਝਦਾ ਕਿ ਬਾਕੀ ਸਾਰੇ ਕਾਲਜਿਸ ਦੇ ਵੀਜ਼ੇ ਆ ਰਹੇ ਨੇ, ਕਿਊਬੈਕ ਦੇ ਹੀ ਕਿਉਂ ਨਹੀਂ ਆ ਰਹੇ? ਇਹਦੇ ਵਿੱਚ ਡੈਫੀਨੇਟਲੀ ਅੰਦਰ ਦੀ ਗੱਲ ਇਹ ਹੈ ਕਿ ਕੁਛ ਨਾ ਕੁਛ ਤਾਂ ਇਹਨਾਂ ਦਾ ਪਰਸਨਲ ਰੀਜ਼ਨ ਆਪਸਦਾਰੀ ਦਾ ਹੈਗਾ, ਜਿਹੜਾ ਅੰਦਰ ਦੀ ਗੱਲ ਹੈਗੀ ਹੈ। ਲੇਕਿਨ ਇਹ ਗੱਲ ਵੀ ਆਈ ਸੀਗੀ ਕਿ ਸ਼ਾਇਦ ਅਪ੍ਰੈਲ ਦੇ ਵਿੱਚ ਡਿਕਲੇਅਰ ਹੋ ਜਾਣਗੇ। ਚੰਗੀ ਖਬਰ ਇਹ ਹੈ ਵੀ ਕੱਲ੍ਹ 1 ਅਪ੍ਰੈਲ ਨੂੰ ਕੈਨੇਡਾ ਕਾਲਜ ਵਾਲਿਆਂ ਨੇ ਸਾਨੂੰ ਇਹ ਖਬਰ ਭੇਜੀ ਕਿ ਸਾਡੇ ਕੈਨੇਡਾ ਕਾਲਜ ਕਿਊਬੈਕ ਦੇ ਵਿੱਚ ਜਿਹੜਾ ਹੈਗਾ, ਜਿਸ ਦਾ ਨਾਮ ਕੈਨੇਡਾ ਕਾਲਜ ਹੈਗਾ, ਉਸ ਦੇ ਵੀ ਕੁਛ ਵੀਜ਼ੇ ਐਮਬੈਸੀ ਨੇ ਦੇ ਦਿੱਤੇ ਨੇ, ਆ ਗਏ ਨੇ। ਸੋ ਆਈ ਐਮ ਹਾਈਲੀ ਹੋਪਫੁਲ। ਲੇਕਿਨ ਗੱਲ ਇਹ ਹੈ ਕਿ ਕੁਛ ਜਿਹੜੀ ਟੈਕਨੀਕਲ ਸਾਰੀਆਂ ਗੱਲਾਂ ਦਾ ਇਹ ਜਿਹੜਾ ਸਸਪੈਂਡ ਹੋਣ ਦੀ ਮਨੀਸ਼ ਜੀ ਤੁਸੀਂ ਗੱਲ ਕੀਤੀ, ਉਸ ਦੇ ਵਿੱਚ ਉਹਨਾਂ ਦਾ ਓਬਜੈਕਸ਼ਨ ਸਸਪੈਂਡ ਕਿਉਂ ਕੀਤਾ? ਇਮੀਗ੍ਰੇਸ਼ਨ ਮਿਨਿਸਟਰੀ ਨੇ ਕਿਊਬੈਕ ਕਾਲਜਿਸ ਜਿਹੜੇ 10 ਸੀਗੇ ਉਹਨਾਂ ਦੇ CAQ ਇਸ਼ੂ ਕਰਨ ਤੋਂ ਮਨਾ ਕਰ ਦਿੱਤਾ, ਤਾਂ ਮਤਲਬ ਸਸਪੈਂਡ ਕਰ ਦਿੱਤਾ ਵੀ ਟਿਲ ਨੈਕਸਟ ਆਰਡਰਸ ਅਸੀਂ ਕੁਝ ਮਹੀਨਿਆਂ ਤੱਕ, ਜਦ ਤੱਕ ਸਾਡੀ ਜਿਹੜੀ ਅਸੀਂ ਕਾਲਜਿਸ ਦੀ ਛਾਣਬੀਨ ਨਹੀਂ ਕਰ ਲੈਂਦੇ ਉਦੋਂ ਤੱਕ CAQ ਅਸੀਂ ਹੋਲਡ 'ਤੇ ਪਾ ਦਿੱਤੇ ਨੇ। ਔਰ ਉਸ ਤੋਂ ਬਾਅਦ ਬੱਚੇ ਬੜੇ ਪਰੇਸ਼ਾਨ ਹੋਏ ਔਰ ਉਹਨਾਂ ਕਾਲਜਿਸ ਨੇ ਇਮੀਡੀਏਟਲੀ ਕੋਰਟ ਦੇ ਵਿੱਚ ਕੇਸ ਪਾ ਦਿੱਤਾ ਕਿ ਸਾਡਾ ਜਿਹੜੇ CAQ ਕਿਉਂ ਰੋਕੇ ਗਏ ਨੇ ਬੇਮਤਲਬ ਕਾਰਨ। ਉਸ ਦੇ ਵਿੱਚ ਛੋਟੀ ਜਿਹੀ ਅੰਦਰ ਦੀ ਗੱਲ ਇਹ ਹੈਗੀ ਸੀਗੀ ਕਿ ਕਿਊਬੈਕ ਮਿਨਿਸਟਰੀ ਕਹਿੰਦੀ ਹੈ ਕਿ ਜੀ ਬੱਚਿਆਂ ਕੋਲੋਂ 1 ਸਮੈਸਟਰ ਦੀ ਫੀਸ ਲੈ ਸਕਦੇ ਆ, ਜਿਹੜੇ ਤੁਸੀਂ ਪੜ੍ਹਾਈ ਕਰਾਉਣੀ ਹੈ ਫੀਸ ਲੈ ਲਓ, ਤੇ ਜਿਹੜੀ ਅੱਗੇ ਦੀ ਹੈ 1 ਸਾਲ ਦੀ ਨਹੀਂ ਲੈ, ਜ਼ਿਆਦਾ ਫੀਸ ਨਹੀਂ ਲੈ ਸਕਦੇ। ਉਹਨਾਂ ਨੇ ਕਾਲਜਿਸ ਦੇ ਉੱਪਰ ਜਿਸ ਨੂੰ ਕਹਿੰਦੇ ਚੈੱਕ ਰੱਖਣ ਵਾਸਤੇ ਜ਼ਿਆਦਾ ਫੀਸ ਨਹੀਂ ਲੈ ਸਕਦੇ। ਲੇਕਿਨ ਕਾਲਜਿਸ ਨੇ ਉਸ ਰੂਲ ਨੂੰ ਤੋੜਦੇ ਹੋਏ 1 ਸਾਲ ਦੀ ਫੀਸ ਲੈ ਲਈ। ਹੁਣ ਕਾਲਜਿਸ ਦਾ ਇਹ ਕਹਿਣਾ ਇਹ ਹੈ ਵੀ ਮਿਨਿਸਟਰੀ ਜਿਹੜੀ ਕਿਊਬੈਕ ਮਿਨਿਸਟਰੀ ਕਹਿੰਦੀ ਜੀ 1 ਸਮੈਸਟਰ ਦੀ ਫੀਸ ਲੈਣੀ ਹੈ, ਔਰ ਅੰਬੈਸੀ ਕਹਿੰਦੀ ਹੈ ਕਿ SDS ਦੇ ਵਿੱਚ ਕੇਸ ਲਾਣਾ ਜਿਸ ਦੇ ਵਿੱਚ ਸਕਸੈਸ ਰੇਟ ਜ਼ਿਆਦਾ ਹੈਗਾ ਪ੍ਰੈਫਰਡ ਕੈਟੇਗਰੀ ਦੇ ਵਿੱਚ, ਤੇ 1 ਸਾਲ ਦੀ ਫੀਸ ਪੇ ਕਰਨੀ ਜ਼ਰੂਰੀ ਹੈਗੀ, ਕਿਉਂਕਿ ਅੰਬੈਸੀ ਦੇ ਵੱਲੋਂ ਜ਼ਰੂਰੀ ਕਰ ਦਿੱਤੀ ਗਈ, ਇਸ ਕਰਕੇ ਉਹਨਾਂ ਦੀ ਮਜਬੂਰੀ ਹੋ ਗਈ 1 ਸਾਲ ਫੀਸ ਲੈਣਾ, ਉਹ ਵੀ ਗੱਲ ਜਾਇਜ਼ ਹੈਗੀ। ਸੋ ਉਹਨਾਂ ਨੇ 1 ਸਾਲ ਦੀ ਫੀਸ ਲਿੱਤੀ ਔਰ ਇਮੀਗ੍ਰੇਸ਼ਨ ਮਿਨਿਸਟਰੀ ਨੇ ਫਿਰ ਉਹ ਇਹ ਜਿਹੜੀ ਆਬਜੈਕਸ਼ਨ ਰੇਜ਼ ਕਰ ਦਿੱਤਾ ਵੀ ਤੁਸੀਂ ਗਲਤ ਫੀਸਾਂ ਲੈ ਰਹੇ ਹੋ। ਸੋ ਇਹ ਇੱਕ ਕਾਰਨ ਮੈਂ ਤੁਹਾਨੂੰ ਦੱਸਿਆ, ਹੋਰ ਵੀ ਕਾਰਨ ਹੋਣਗੇ ਜਿਹਦੇ ਵਿੱਚ ਉਹਨਾਂ ਨੂੰ ਕੋਈ ਆਬਜੈਕਸ਼ਨ ਹੋਏ ਤੇ ਉਹਨਾਂ ਨੇ ਰੁਕਾਵਟ ਲਾਈ, ਤੇ ਕੋਰਟ ਦੇ ਵਿੱਚ ਜਦੋਂ ਕੇਸ ਕੀਤਾ ਤੇ ਕੋਰਟ ਨੇ ਉਹਨਾਂ ਨੂੰ ਉਹ ਜਿਹੜਾ ਹੈ ਰੁਕਾਵਟ ਨੂੰ ਹਟਾ ਦਿੱਤਾ ਕਿ ਇਮੀਗ੍ਰੇਸ਼ਨ ਜਿਹੜੀ ਅਥਾਰਟੀਜ਼ ਨੇ ਇਮੀਗ੍ਰੇਸ਼ਨ ਮਿਨਿਸਟਰੀ ਨੂੰ ਇਸ ਗੱਲ 'ਤੇ ਮਨਾ ਕਰ ਦਿੱਤਾ ਵੀ ਤੁਸੀਂ ਰੋਕਣਾ ਨਹੀਂ ਹੈ, CAQ ਤੁਸੀਂ ਦੇਣੇ ਨੇ, ਇਹ ਜਿਹੜੀ ਰੋਕ ਹੈਗੀ ਆ ਠੀਕ ਨਹੀਂ ਹੈਗੀ, ਉਸ ਨੂੰ ਹਟਾ ਦਿੱਤਾ। ਸੋ ਦੁਬਾਰਾ ਕੁਛ ਦਿਨਾਂ ਦੇ ਵਾਸਤੇ ਰੁਕੇ ਸੀ ਕਿ ਦੁਬਾਰਾ CAQ ਇਸ਼ੂ ਹੋਣ ਲੱਗ ਗਏ, ਕੋਈ ਪ੍ਰੋਬਲਮ ਨਹੀਂ। ਲੇਕਿਨ ਹੁਣ ਜਿਹੜਾ ਉਹ ਗੱਲਬਾਤ ਉਹਨਾਂ ਦੀ ਚੱਲਦੀ ਵੀ ਹੋਣੀ ਹੈ, ਚਲੋ ਅਕਾਊਂਟਸ ਵਗੈਰਾ ਚੈੱਕ ਕਰਨੇ ਆ, ਕੋਈ ਵੀ ਹਿਸਾਬ ਕਿਤਾਬ ਉਹ ਜਿਹੜੇ ਉਹਨਾਂ ਨੇ ਰੂਲਸ ਰੈਗੂਲੇਸ਼ਨਸ ਮੰਨਣੇ ਜ਼ਰੂਰੀ ਹੈ ਕਾਲਜਾਂ ਵੱਲੋਂ। ਔਰ ਇਮੀਗ੍ਰੇਸ਼ਨ ਜਿਹੜੀ ਅਥਾਰਟੀ ਇਮੀਗ੍ਰੇਸ਼ਨ ਕਿਊਬੈਕ ਦੀ ਕਹਿੰਦੀ ਹੈ ਕਿ ਤੁਸੀਂ ਪ੍ਰੋਪਰਲੀ ਸਾਰਾ ਕੰਮ ਲਿਖਤ ਪੜ੍ਹਤ ਜਿਹੜੇ ਅਕਾਊਂਟਸ ਪ੍ਰੋਪਰਲੀ ਬਣਾਓ, ਔਰ ਉਹ ਉਹਨਾਂ ਚੀਜ਼ਾਂ ਨੂੰ ਮੰਨਣ ਦਾ ਵਾਅਦਾ ਕੀਤਾ ਹੈ ਕਾਲਜਿਸ ਨੇ। ਔਰ ਉਹ ਜਿਹੜਾ ਕੋਈ ਮਾੜੀ ਮੋਟੀ ਕੋਈ ਕਸਰ ਸੀਗੀ ਅਕਾਊਂਟਸ ਮੇਨਟੇਨ ਕਰਨ ਦੀ ਜਾਂ ਸੈਟਿੰਗ, ਉਹ ਚੱਲਦੀ ਪਈ ਹੈ। ਇਹ ਸਾਰੀਆਂ ਕੰਪਨੀਆਂ 'ਚ ਚੱਲਦਾ ਹੁੰਦਾ, ਕੋਈ ਮੈਂ ਸਮਝਦਾ ਵੱਡੀ ਗੱਲ ਨਹੀਂ ਹੈਗੀ। ਔਰ CAQ ਦੁਬਾਰਾ ਇਸ਼ੂ ਹੋਣ ਲੱਗੇ, ਲੇਕਿਨ ਇਹ ਜਿਹੜਾ ਅੰਬੈਸੀ ਨੇ ਰਿਜ਼ਲਟ ਰੋਕੇ ਇਹ ਵੀ ਕਿਸੇ ਨੂੰ ਕੋਈ ਪਤਾ ਨਹੀਂ ਹੈ। ਲੇਕਿਨ ਕਾਲਜਿਸ ਇਹ ਕਹਿ ਰਹੇ ਹੈ ਕਿ ਦੇਰ ਇਜ਼ ਨਥਿੰਗ ਰੋਂਗ, ਕੋਈ ਦਿੱਕਤ ਨਹੀਂ ਹੈ। ਔਰ ਜੈਨੂਅਲੀ ਕੋਈ ਇਹ ਨਹੀਂ ਕਿ ਕਾਲਜਿਸ ਦੇ ਉੱਪਰ ਬੈਨ ਲੱਗ ਗਿਆ ਜਾਂ ਕੋਈ ਕਾਲਜਿਸ ਬੰਦ ਹੋ ਗਏ ਜਾਂ ਭੱਜ ਗਏ ਜਾਂ ਕੋਈ ਐਸੀ ਤਕਲੀਫ ਨਹੀਂ ਹੈਗੀ। ਐਵਰੀਥਿੰਗ ਇਜ਼ ਇਨ ਆਰਡਰ ਦਾ ਮਤਲਬ ਸਭ ਠੀਕ ਠਾਕ ਹੈਗਾ। ਪਰ ਬਹੁਤ ਸਾਰੇ ਮੈਂ ਉਮੀਦ ਕਰਦਾ ਹੈਗਾ ਕਿ ਛੇਤੀ ਅਪ੍ਰੈਲ ਦੇ ਜਿਹੜੇ ਕੁਝ ਨੈਕਸਟ ਡੇਜ਼ ਦੇ ਵਿੱਚ ਛੇਤੀ ਸਾਰੇ ਵੀਜ਼ੇ ਆ ਜਾਣਗੇ। ਡਾਕਟਰ ਸਾਹਿਬ ਪੰਜਾਬ ਦੇ ਵਿੱਚ ਕੁਝ ਕੰਸਲਟੈਂਟਸ ਨੇ ਡਰਾਉਣਾ ਸ਼ੁਰੂ ਕਰ ਦਿੱਤਾ ਬੱਚਿਆਂ ਨੂੰ। ਮੈਂ ਕਾਲਜਿਸ ਦਾ ਨਾਮ ਹੀ ਲੈ ਲੈਣਾ, ਕੋਈ ਇੱਥੇ ਡਰ ਨਹੀਂ ਹੈ, ਕਿਉਂਕਿ 10 ਕਾਲਜ ਜਿਹੜੇ ਸਸਪੈਂਡ ਹੋਏ ਸੀ ਉਹਨਾਂ ਵਿੱਚੋਂ M ਕਾਲਜ ਸੀ, CGIP ਕਾਲਜ ਸੀ, ਕੈਨੇਡਾ ਕਾਲਜ ਸੀ, CDI ਕਾਲਜ ਸੀ। ਸੋ ਇਹੋ ਜਿਹੇ ਬਹੁਤ ਕਾਲਜਿਸ ਸੀ। ਸੋ ਬੱਚਿਆਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਕੰਸਲਟੈਂਟਸ ਨੇ ਕਿ ਜੇਕਰ ਤੁਸੀਂ ਫਲਾਣੇ ਕਾਲਜ 'ਚ ਐਡਮਿਸ਼ਨ ਲਈ ਹੈ ਤੁਹਾਡੇ ਪੈਸੇ ਮਰ ਜਾਣੇ ਆ ਜੀ, ਤੁਸੀਂ ਆਪਣੀ ਫੀਸ ਵਿਡਰਾ ਕਰਾ ਲਓ। ਜੇ ਤੁਸੀਂ ਫਲਾਣੇ ਕਾਲਜ 'ਚ ਐਡਮਿਸ਼ਨ ਲਈ ਹੈ ਤੁਹਾਡਾ CAQ ਟੈਂਪਰੇਰੀ ਸਸਪੈਂਡ ਕਰ ਦਿੱਤਾ ਹੈ, ਉਹ ਕਾਲਜ ਬੈਂਕਰਪਸੀ ਵੱਲ ਚਲਾ ਜਾਊਗਾ, ਤੁਹਾਡੇ ਪੈਸੇ ਮਰ ਜਾਣਗੇ, ਆਪਣੀ ਫੀਸ ਵਿਡਰਾ ਕਰਾ ਲਓ। ਅੱਜ ਦੀ ਡੇਟ ਦੇ ਵਿੱਚ ਵੀ
ਕੰਸਲਟੈਂਟ ਡਰਾ ਰਹੇ ਨੇ ਬੱਚਿਆਂ ਨੂੰ ਕਿ 31 ਮਾਰਚ ਹੋ ਗਿਆ ਜੀ, ਤੁਹਾਡੇ ਰਿਜ਼ਲਟ ਆਏ ਨਹੀਂ, ਤੁਸੀਂ ਆਪਣੇ ਫੀਸ ਵਿਡਰਾ ਕਰਾ ਲਓ ਤੇ ਜਿਹੜੀ ਕਾਲਜ 'ਚ ਮੈਂ ਕਹਿੰਦਾ ਤੁਸੀਂ ਉੱਥੇ ਐਡਮਿਸ਼ਨ ਲੈ ਲਓ। ਸੋ ਕੀ ਇਹ ਡਰਨ ਵਾਲੀ ਗੱਲ ਹੈਗੀ? ਕੋਈ ਲੱਗਦਾ ਕਿ ਕਾਲਜਸ ਬੈਂਕਰਪਸੀ ਵੱਲ ਨੂੰ ਜਾਣਗੇ ਔਰ ਬੱਚਿਆਂ ਦੇ ਲੱਖਾਂ ਕਰੋੜਾਂ ਰੁਪਏ ਜਿਹੜੇ ਉੱਥੇ ਗਏ ਹੋਏ ਆ ਉਹ ਮਰ ਸਕਦੇ ਆ? ਮਨੀਸ਼ ਜੀ, ਜਿਹੜਾ ਮੈਂ ਇਹ ਸਮਝਦਾ ਹੈਗਾ ਕਿ ਚਾਹੇ ਇਸ ਚੀਜ਼ ਨੂੰ ਲੈ ਕੇ ਲਾ ਲਈਏ ਜਾਂ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ ਕਿ ਕਿਸੇ ਬੱਚੇ ਨੂੰ ਡਾਕਟਰੀ ਜਾਂਚ ਜਿਹੜਾ ਮੈਡੀਕਲ ਕਰਵਾਉਣਾ ਪੈਂਦਾ ਹੈਗਾ, ਪਾਰਟ ਆਫ ਦਾ ਜਿਹੜਾ ਐਪਲੀਕੇਸ਼ਨ ਪ੍ਰੋਸੈਸ ਹੈਗਾ ਸਟੱਡੀ ਵੀਜ਼ਾ ਦੇ ਵਾਸਤੇ, ਮੈਡੀਕਲ ਕਰਵਾਇਆ, ਉਸ ਦੇ ਵਿੱਚ ਛਾਤੀ ਵਿੱਚ ਕੁਝ ਐਕਸਰੇ ਕਰਵਾਇਆ, ਨੁਕਸ ਆ ਗਿਆ ਤੇ ਲੱਗਿਆ, ਡਾਕਟਰ ਨੂੰ ਲੱਗਿਆ ਕਿ ਟਿਊਬਰਕਲੋਸਿਸ ਹੈਗੀ, ਟੀਬੀ ਦੇ ਸਾਈਨ ਜੇ ਹੈਗੇ ਨੇ ਐਕਸਰੇ ਦੇ ਵਿੱਚ, ਤੇ ਮੈਂ ਡਾਕਟਰੀ ਵੀ ਕੀਤੀ ਤੇ ਟੀਬੀ ਦੇ ਗੱਲਾਂ ਸਾਰੇ ਐਕਸਰੇ ਦੇ ਵਿੱਚ ਸਾਈਨ ਸਿੰਪਟਮ ਸਾਰੀਆਂ ਗੱਲਾਂ ਦਾ ਮੈਂ ਚੰਗੀ ਤਰ੍ਹਾਂ ਜਾਣਦਾ ਹੈਗਾ, ਤੇ ਉਹਦੇ ਵਿੱਚ ਕੁਝ ਵੀ ਨਹੀਂ ਹੈਗਾ, ਅੜਚਨਾ ਆ ਰਹੀਆਂ ਨੇ ਤੇ ਉਹ ਐਕਸਰੇ ਕਰਾਏਗਾ ਡਾਕਟਰ। ਈਵਨ ਕਿ ਟੀਬੀ ਦੇ ਕਈ ਵਾਰੀ ਸੋਚੋ ਇੱਕ ਕੇਸ 1000 ਦੇ ਵਿੱਚੋਂ ਕੁਝ ਕੇਸਿਸ ਦੇ ਵਿੱਚ ਟੀਬੀ ਦੇ ਕੁਝ ਦਾਗ ਆ ਜਾਂਦੇ ਨੇ ਐਕਸਰੇ ਦੇ ਵਿੱਚ, ਉਹ ਕਹਿੰਦਾ ਜੀ ਮੈਂ ਥੁੱਕ ਟੈਸਟ ਕਰਾਵਾਂਗਾ, ਥੁੱਕ ਟੈਸਟ ਕੀਤਾ, ਉਹਦੇ ਵਿੱਚ ਫਾਲਸ ਪੋਜ਼ਿਟਿਵ ਵੀ ਆ ਗਿਆ, 3 ਮਹੀਨੇ ਦਾ ਟੀਬੀ ਦਾ ਇਲਾਜ ਵੀ ਕਰ ਲਿਆ ਕੁਝ ਮਹੀਨੇ ਦਾ, ਤੇ ਉਹ ਫਿਰ ਓਕੇ ਕਰਕੇ ਭੇਜ ਦਿੱਤਾ ਐਮਬੈਸੀ ਨੂੰ। ਅੜਚਨਾ ਆਉਣਗੀਆਂ, ਕੁਝ ਨਹੀਂ ਹੁੰਦਾ, ਕਿਤੇ ਨਹੀਂ ਆਫਤ ਆਉਂਦੀ, 4-6 ਮਹੀਨੇ ਲੇਟ ਹੋ ਜਾਣਗੇ। ਮੁੱਖ ਦੀ ਗੱਲ ਇਹ ਕਿ ਕੰਪਲੀਕੇਸ਼ਨਸ ਤੇ ਆ ਜਾਂਦੀਆਂ ਹੁੰਦੀਆਂ ਨੇ, ਉਹਦੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੁੰਦੀ। ਮੁੱਖ ਦੀ ਗੱਲ ਜੇ ਕੰਸਲਟੈਂਟ ਐਕਸਪਰਟ ਹੈਗਾ ਉਹ ਉਹਨੂੰ ਜ਼ਿਆਦਾ ਡਿਟੇਲ ਦੇ ਵਿੱਚ ਚੰਗੀ ਤਰ੍ਹਾਂ ਪਤਾ ਹੁੰਦਾ ਹੈ, ਲੇਕਿਨ ਅਗਰ ਉਸਨੂੰ ਜਿਸ ਤਰ੍ਹਾਂ ਤੁਸੀਂ ਕਿਹਾ ICCRC ਮੈਂਬਰ ਨਹੀਂ ਹੈਗਾ, ਜ਼ਿਆਦਾ ਡਿਟੇਲ 'ਚ ਪਤਾ ਨਹੀਂ ਹੈਗਾ, ਤੇ ਆਪਣੀਆਂ ਦਿਮਾਗ ਦੇ ਮੁਤਾਬਕ ਆਪਣੀ ਘੋੜੇ ਭਜਾਉਣ ਵਾਲੇ ਗੱਲ ਕਿ ਆਪਣਾ ਜਿਹੜਾ ਗੱਲਾਂ ਕਰਦੇ ਨੇ, ਤੇ ਨੋ ਡਾਊਟ ਕਿ ਮੈਨੂੰ ਬੜੇ ਸਾਰੇ ਬੱਚੇ ਮਿਲੇ, ਈਵਨ ਕਿ ਸਾਡੇ ਕੋਲ ਕੁਝ ਕਿਊਬਿਕ ਦੇ ਕੇਸਿਸ ਜਿਹੜੇ ਨੇ ਬੱਚਿਆਂ ਦੇ ਵੀਜ਼ੇ ਰੁਕੇ ਹੋਏ ਨੇ, ਉਹ ਆ ਕੇ ਕਹਿੰਦੇ ਜੀ ਮੈਨੂੰ ਕੰਸਲਟੈਂਟ ਕਹਿੰਦੇ ਵਿਡਰਾ ਕਰ ਲਓ, ਨਹੀਂ ਤਾਂ ਹੋ ਜੂ ਉਹ ਹੋ ਜੂ, ਕੁਝ ਨਹੀਂ ਹੋਣਾ। ਤੇ ਵਿਡਰਾ ਦੇਖੀਏ ਤਾਂ ਵਿਡਰਾ ਕਰਨ ਦੇ ਵਿੱਚ ਕੀ ਹੋਏਗਾ, ਆਪਾਂ ਐਮਬੈਸੀ ਨੂੰ ਪਾਵਾਂਗੇ ਚਿੱਠੀ ਕਿ ਬਈ ਇਹ ਵਿਡਰਾ ਕਰਨ ਦੇ ਨਾਲ ਆਪਾਂ ਕਾਲਜ ਨੂੰ ਕਹਿੰਦੇ ਨਹੀਂ ਮੈਂ ਕੇਸ ਵਿਡਰਾ ਕਰਨਾ ਚਾਹੁੰਦਾ, ਤੁਹਾਨੂੰ ਅੰਦਰ ਦੀਆਂ ਪ੍ਰੋਪਰ ਜਿਹੜੀ ਟੈਕਨੀਕਲ ਗੱਲਾਂ ਦੱਸ ਰਿਹਾ ਮੈਂ ਮਨੀਸ਼ ਜੀ, ਕਿ ਕਾਲਜ ਨੂੰ ਕਹਿ ਦਿੰਦੇ ਹਾਂ ਕਿ ਜੀ ਮੈਂ ਕੇਸ ਵਿਡਰਾ ਕਰਨਾ ਹੈ, ਤੇ ਕਾਲਜ ਨੇ ਫੀਸ ਵਾਪਸ ਨਹੀਂ ਕਰਨੀ। ਕਾਲਜ ਫੀਸ ਤਾਂ ਹੀ ਵਾਪਸ ਕਰੇਗਾ ਜੇ ਤੁਹਾਡਾ ਕੇਸ ਐਮਬੈਸੀ ਤੋਂ ਰਿਫਿਊਜ਼ ਹੋਏਗਾ। ਐਮਬੈਸੀ ਨੂੰ ਕਹਿ ਦਿੰਦੇ ਆ ਕਿ ਜੀ ਮੈਂ ਕੇਸ ਵਿਡਰਾ ਕਰਨਾ ਚਾਹੁੰਦਾ ਹੈਗਾ, ਮੇਰਾ ਕੇਸ ਤੁਸੀਂ ਵਾਪਸ ਕਰ ਦਿਓ ਤਾਂ ਕਿ ਕਾਲਜ ਤੋਂ ਵੀ ਮੈਂ ਫੀਸ ਲੈ ਲਾਂਗਾ। ਪਹਿਲੀ ਗੱਲ ਤੇ ਕਦੇ ਅਸੀਂ ਅੱਜ ਤੱਕ ਤਾਂ ਨਹੀਂ ਕੀਤਾ, ਔਰ ਐਮਬੈਸੀ ਨੂੰ ਕਹਿ ਦਿੰਦੇ ਆ ਵਾਪਸ ਕਰਨਾ, ਉਹਨਾਂ ਨੇ ਵੀ ਤੁਹਾਡੀ ਚਿੱਠੀ ਜਾਂ ਗੱਲਬਾਤ ਜਿਹੜਾ 2 ਮਹੀਨੇ ਬਾਅਦ ਦੇਖਣੀ ਹੈ ਕਿ ਬੱਚਾ ਚਾਹੁੰਦਾ ਹੈਗਾ ਵਿਡਰਾ ਕਰਨਾ, ਔਰ ਵਿਡਰਾ ਉਹ ਚਿੱਠੀ ਦੇਖੀ ਔਰ ਚਲੋ ਐਮਬੈਸੀ ਨੇ ਕੇਸ ਰੋਕ ਦਿੱਤਾ ਤੇ ਤੁਹਾਨੂੰ ਵਾਪਸ ਚਿੱਠੀ ਲਿਖ ਦਿੱਤੀ ਕਿ ਠੀਕ ਹੈ ਤੁਹਾਡਾ ਕੇਸ ਅਸੀਂ ਬੰਦ ਕਰ ਦਿੱਤਾ, ਆ ਚੱਕੋ ਤੁਸੀਂ ਤੁਹਾਡਾ ਹੁਣ ਕੇਸ ਅਸੀਂ ਖਤਮ ਕਰ ਦਿੱਤਾ। ਤੇ ਉਹ ਚਿੱਠੀ ਅਸੀਂ ਚਲੋ ਕਾਲਜ ਨੂੰ ਭੇਜ ਦਿੱਤੀ, ਕਾਲਜ ਨੂੰ ਫਿਰ ਉਹਦੇ 'ਚ ਲਿਖਿਆ ਹੋਏਗਾ ਕਿ ਰਿਫਿਊਜ਼ ਨਹੀਂ ਹੋਇਆ, ਵਿਡਰਾ ਹੋਇਆ, ਫਿਰ ਕਾਲਜ ਪ੍ਰੋਬਲਮ ਕਰੇਗਾ ਰਿਫੰਡ ਦੇਣ ਲੱਗੇ। ਚਲੋ ਮੰਨ ਲਿਆ ਕਾਲਜ ਨਾਲ ਅਸੀਂ ਗੱਲਬਾਤ ਕੀਤੀ, ਕੁਝ ਸੋਚ ਵਿਚਾਰ ਕੇ ਗੱਲ ਹੋ ਗਈ, ਕਾਲਜ ਨੇ ਫੀਸ ਵੀ ਰਿਫੰਡ ਕਰਤੀ ਤੇ 2-3 ਮਹੀਨੇ ਬਾਅਦ ਤੁਹਾਡੀ ਫੀਸ ਆਏਗੀ। ਫਿਰ ਜਾਣਾ ਤਾਂ ਹੈਗਾ ਕੈਨੇਡਾ, ਨਵੇਂ ਕਾਲਜ ਤੋਂ ਆਫਰ ਲੈਟਰ ਲਵਾਂਗੇ, ਫਿਰ ਮਹੀਨਾ 2 ਮਹੀਨੇ, ਔਰ ਅੱਜ ਅਪ੍ਰੈਲ ਦੇ ਵਿੱਚ ਬੈਠੇ ਹਾਂ, ਸਤੰਬਰ ਦੇ ਜ਼ਿਆਦਾਤਰ ਕੋਰਸਿਸ ਬੰਦ ਹੋ ਚੁੱਕੇ ਨੇ, ਫੁੱਲ ਹੋ ਚੁੱਕੇ ਨੇ। ਕਦੋਂ ਤੁਹਾਡਾ ਰਿਫੰਡ ਆਏਗਾ, ਕਦੋਂ ਤੁਸੀਂ ਕਿਸੇ ਕਾਲਜ 'ਚ ਅਪਲਾਈ ਕਰੋਗੇ, ਉੱਥੋਂ ਆਫਰ ਲੈਟਰ ਆਏਗੀ, ਉਹ ਪੈਸੇ ਆਉਣਗੇ ਤੁਹਾਡੇ ਵਾਪਸ, ਫਿਰ ਉਸ ਦੇ ਵਿੱਚ ਫੀਸ ਪੇ ਕਰੋਗੇ, ਮਤਲਬ ਇਹ ਕਿ ਸਾਲ ਲੇਟ ਹੋ ਗਿਆ। ਨਹੀਂ, ਬੱਚਾ ਡਰ ਸਿਰਫ ਇਸੇ ਕਰਕੇ ਫੀਸ ਵਾਪਸ ਕਰਨੀ ਚਾਹੂਗਾ, ਉਹਨੂੰ ਡਰ ਹੈ ਕਿ ਕਾਲਜ ਬੰਦ ਨਾ ਹੋ ਜਾਏ, ਮੇਰਾ ਪੈਸਾ ਨਾ ਮਾਰ। ਦੇਖੋ ਕੁਝ ਨਹੀਂ ਹੁੰਦਾ, ਕੋਈ ਐਸੀ ਗੱਲ ਨਹੀਂ, ਅੱਛੇ ਖਾਸੇ ਪ੍ਰੋਪਰ ਕਾਲਜਿਸ ਨੇ, ਔਰ ਇੱਕ ਕਰੋਨਾ ਦੇ ਵਿੱਚ ਥੋੜ੍ਹੀ ਜਿਹੀ ਤਕਲੀਫਾਂ ਆਈਆਂ ਔਰ ਬੰਦ ਹੋਣ ਨੂੰ, ਤੇ ਫਿਰ ਉਹੀ ਹੈ ਕਿ ਬੜੀ ਕੰਪਨੀਆਂ ਬੜਾ ਕੁਝ ਬੰਦ ਹੋ ਹੀ ਜਾਂਦਾ, ਇਸ ਚੀਜ਼ ਨੂੰ ਤਾਂ ਆਪਾਂ ਡਰ ਨਹੀਂ ਸਕਦੇ। ਔਰ ਮੋਸਟ ਕਾਲਜਿਸ ਜਿਹੜੇ ਨੇ ਚੰਗੇ ਖਾਸੇ ਪ੍ਰੋਪਰ ਵੱਡੇ ਕਾਲਜਿਸ ਨੇ, ਔਰ ਮੈਂ ਇਹ ਸਮਝਦਾ ਕਿ ਹਾਲੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਖਬਰ ਨਹੀਂ ਹੈ ਕਿ ਕੋਈ ਕਾਲਜ ਬੰਦ ਹੋ ਰਿਹਾ, ਬੈਂਕਰਪਸੀ ਕਰਦਾ ਪਿਆ ਜਾਂ ਕੀ ਹੁੰਦਾ ਪਿਆ। ਬੈਂਕਰਪਸੀ ਦੀ ਗੱਲ ਕਰੀਏ ਤੇ ਉਹ ਬੜੀਆਂ ਏਅਰਲਾਈਨਸ ਜਿਹੜੀਆਂ ਨੇ ਉਹ ਵੀ ਬੰਦ ਹੋ ਰਹੀਆਂ ਨੇ, ਬੜੀ ਕੰਪਨੀਆਂ ਬੰਦ ਹੋ ਰਹੀਆਂ, ਬੜਾ ਕੁਝ ਹੋ ਰਿਹਾ ਹੈਗਾ, ਉਹ ਤਾਂ ਬਾਅਦ ਦੀ ਗੱਲ ਹੈਗੀ ਹੈ, ਰੱਬ ਨੂੰ ਅਰਦਾਸ, ਕੋਈ ਐਸੀ ਗੱਲ ਨਹੀਂ। ਮੈਂ ਸਮਝਦਾ ਕਿ ਨਥਿੰਗ ਟੂ ਵਰੀ ਐਟ ਆਲ, ਬਿਲਕੁਲ ਆਰਾਮ ਨਾਲ ਜਿਨ੍ਹਾਂ ਦੇ ਕਿਊਬਿਕ ਦੇ ਰਿਜ਼ਲਟਸ ਹੋਲਦੇ ਹੈਗੇ ਨੇ, ਆਰਾਮ ਨਾਲ ਬੈਠਣ ਦੀ ਜ਼ਰੂਰਤ ਹੈ, ਕੁਝ ਨਹੀਂ ਹੋਏਗਾ ਜੀ। ਸੋ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ਜੀ ਹਾਜ਼ਰ ਨੇ। ਸੋ ICCRC ਮੈਂਬਰ ਨੇ। ICCRC ਮੈਂਬਰ ਤੁਹਾਨੂੰ ਅਸੀਂ ਹਰ ਵਾਰ ਦੇਖਦੇ ਹਾਂ ਕਿ ਕੈਨੇਡਾ ਸਰਕਾਰ ਵੱਲੋਂ, ਕੈਨੇਡਾ ਹਾਈ ਕਮਿਸ਼ਨ ਵੱਲੋਂ, ਕੈਨੇਡਾ ਗਵਰਨਮੈਂਟ ਵੱਲੋਂ ਅਪਰੂਵਡ ਕੰਸਲਟੈਂਟ ਹੁੰਦੇ ਨੇ ਜੋ ਤੁਹਾਡੀ ਫਾਈਲ ਨੂੰ ਲਗਾ ਸਕਦੇ ਨੇ। ਇਹਨਾਂ ਨੂੰ ਬਹੁਤ ਤਜਰਬਾ ਹੁੰਦਾ ਹੈ, ਪੜ੍ਹਾਈਆਂ ਪੜ੍ਹੀਆਂ ਹੁੰਦੀਆਂ ਨੇ, ਇਹਨਾਂ ਦੀ ਹਰ ਇੱਕ ਐਕਟੀਵਿਟੀ ਤੇ ਕਿਹੜੇ ਬੱਚੇ ਨੂੰ ਕੀ ਕਾਉਂਸਲਿੰਗ ਦਿੱਤੀ ਹੈ, ਕਿਹੜੇ ਬੱਚੇ ਨੂੰ ਕਿੰਨਾ ਇਹ ਪੈਸੇ ਲਏ ਆ, ਕੀ ਕੋਰਸ ਦਿੱਤਾ ਹੈ, ਉਹ ਸਭ ਦੀ ਨਿਗਰਾਨੀ ਸਰਕਾਰ ਦੀ ਨਿਗਰਾਨੀ ਦੇ ਹੇਠ ਇਹ ਸਭ ਚੀਜ਼ਾਂ ਹੁੰਦੀਆਂ ਨੇ। ਇਹਨਾਂ ਨੂੰ ਸਮੇਂ-ਸਮੇਂ 'ਤੇ ਸਰਕਾਰ ਨੂੰ ਦੱਸਣਾ ਪੈਂਦਾ ਹੈ ਕਿ ਅਸੀਂ ਫਲਾਣੇ ਬੱਚੇ ਕੋਲ ਇੰਨੇ ਪੈਸੇ ਲਏ, ਫਲਾਣੇ ਬੱਚੇ ਨੂੰ ਇਹ ਐਡਮਿਸ਼ਨ ਕਰਾਈ, ਫਲਾਣੇ ਬੱਚੇ ਨੂੰ ਅਸੀਂ ਇਹ ਕਾਉਂਸਲਿੰਗ ਦਿੱਤੀ। ਸੋ ਸਰਕਾਰ ਦਾ ਚੈੱਕ ਹੁੰਦਾ ਇਹਨਾਂ ਦੇ ਉੱਤੇ। ਸੋ ICCRC ਮੈਂਬਰ ਦੇ ਤੁਸੀਂ ਭਰੋਸਾ ਕਰ ਸਕਦੇ ਹੋ। ਖਾਸ ਤੌਰ 'ਤੇ ਅਸੀਂ ਅੱਜ ਡਾਕਟਰ ਰਵੀ ਗਰਗ ਹੁਣਾਂ ਨੂੰ ਆਪਣੇ ਸਟੂਡੀਓ ਵਿੱਚ ਬੁਲਾਇਆ। ਕੋਈ ਜਾਣਕਾਰੀ ਚਾਹੁੰਦੇ ਹੋ ਸ਼ੋਅ ਦੇ ਦੌਰਾਨ ਵੀ ਆਪਾਂ ਨੂੰ ਫੋਨ ਕਰ ਸਕਦੇ ਹੋ 70613 70613 ਨੰਬਰ ਤੇ 70613 70613 70613 ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ।
ਸੋ ਡਾਕਟਰ ਸਾਹਿਬ ਇਹ ਤਾਂ ਸੀ ਚਲੋ ਕਿਊਬੈਕ ਤੇ ਕਾਲਜਸ ਦੀ ਗੱਲ। ਹੁਣ ਅੱਗੇ ਗੱਲ ਕਰਦੇ ਹਾਂ ਇੱਕ ਮੋਡਿਊਲ ਚੋਂ 5.5 ਬੈਂਡ ਵਾਲੇ ਬੱਚਿਆਂ ਦੀ। ਬਹੁਤ ਬੱਚੇ ਡਰੇ ਹੋਏ ਨੇ ਕਿ ਓਵਰਆਲ 6 ਇੱਕ ਮੋਡਿਊਲ ਚੋਂ 5.5 ਬੈਂਡ ਨਾਲ ਸਾਡਾ ਵੀਜ਼ਾ ਰਿਫਿਊਜ਼ ਨਾ ਹੋ ਜੇ। ਏਜੰਟਸ ਵੀ ਬਹੁਤ ਵਾਰ ਕੀ ਕਰਦੇ ਆ, ਨੈਗੇਟਿਵਿਟੀ ਫੈਲਾ ਦਿੰਦੇ ਜੀ, ਇੱਕ ਚੋਂ 5.5 ਵਾਲੇ ਦਾ ਰਿਫਿਊਜ਼ ਹੋ ਰਿਹਾ, ਇੱਕ 12ਵੀਂ ਪਾਸ ਬੱਚੇ ਦਾ, 12ਵੀਂ ਪਾਸ ਬੱਚੇ ਦੀ ਗੱਲ ਕਰ ਰਹੇ ਪਰ ਜਦੋਂ ਤੁਹਾਡੀ ਵੀਡੀਓਜ਼ ਦੇਖਦੇ ਆ, ਤੁਹਾਡੇ ਨਾਲ ਗੱਲ ਕਰਦੇ ਆ, ਤੁਸੀਂ ਕਹਿੰਦੇ ਹੋ ਜੀ ਜੇ ਬੱਚਾ ਆਲਰੇਡੀ ਗ੍ਰੈਜੂਏਟ ਆ, ਉਹਨੇ ਕੋਈ ਪੀਜੀ ਪ੍ਰੋਗਰਾਮ ਕਰਨਾ ਹੈ ਤੇ ਉਹ ਇੱਕ 'ਚ 5.5 ਬੈਂਡ ਨਾਲ ਵੀ ਐਡਮਿਸ਼ਨ ਲੈ ਸਕਦਾ ਹੈ। ਸੋ ਪੰਜਾਬ ਦੇ ਵਿੱਚ ਲੋਕ ਡਰਾਉਂਦੇ ਕਿ ਇੱਕ ਮੋਡਿਊਲ ਤੋਂ 5.5 ਬੈਂਡ ਨਾਲ ਵੀਜ਼ਾ ਨਹੀਂ ਆਉਣਾ, ਜਿਹੜਾ ਅੰਡਰ ਗ੍ਰੈਜੂਏਟ ਬੱਚਾ 12ਵੀਂ ਵਾਲਾ। ਤੁਸੀਂ ਕਹਿ ਰਹੇ ਹੋ ਕਿ ਗ੍ਰੈਜੂਏਟ ਬੱਚਾ ਜਿਹਨੇ ਪੀਜੀ ਪ੍ਰੋਗਰਾਮ 'ਚ ਐਡਮਿਸ਼ਨ ਲੈਣੀ ਉਹ ਵੀ ਇੱਕ 'ਚ 5.5 ਬੈਂਡ ਨਾਲ ਐਡਮਿਸ਼ਨ ਲੈ ਸਕਦਾ ਹੈ। ਸੋ ਵੀਜ਼ਾ ਸਕਸੈਸ ਰੇਟ ਕੀ ਰਹੂਗਾ? ਬਿਲਕੁਲ, ਦੇਖੋ ਮਨੀਸ਼ ਜੀ, ਅਸੀਂ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ ਔਰ ਇੱਥੇ ਮੰਚ ਤੇ ਦੱਸ ਰਿਹਾ, ਅਸੀਂ ਤਾਂ ਰੱਬ ਦੇ ਬੰਦੇ ਹੈਗੇ ਆ ਔਰ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਹੀ ਸਾਰਾ ਕੰਮ ਕਰਦੇ ਹਾਂ। 2003 ਤੋਂ ਕੰਪਨੀ ਕੈਨੇਡਾ ਅੰਬੈਸੀ ਜਿਸ ਨੇ ਵੀਜ਼ਾ ਦੇਣਾ ਉਸ ਦੀ ਜਿਹੜੀ ਵੈਬਸਾਈਟ 'ਤੇ ਨਾਮ ਔਰ ਬੜਾ ਜੈਨੂਅਨ ਓਨੈਸਟ ਕੰਮ। ਤੇ ਉਹ ਜਿਹੜਾ ਹੁਣ ਅੱਜ ਦੇ ਦਿਨ ਓਵਰਆਲ 6 ਨਾਟ ਲੈਸ ਦੈਨ 5.5 ਇਨ 2 ਮੋਡਿਊਲਸ ਵਾਲੇ ਦੇ ਅਸੀਂ ਸਕਸੈਸ ਰੇਟ ਡਾਊਨ ਦਾ ਮਤਲਬ 10 ਚੋਂ 1-2 ਵੀਜ਼ਾ ਲੱਗਣੇ ਆ, ਜ਼ਿਆਦਾਤਰ ਦੇ ਨਹੀਂ ਲੱਗਣੇ, ਅਸੀਂ ਲੈਂਦੇ ਨਹੀਂ ਕੇਸ। ਔਰ ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ। ਉਸ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ, ਉਹ ਕਾਲਜ ਜਿਹੜੇ ਕਿ ਵਰਕ ਪਰਮਿਟ ਜਿਹੜੇ ਆਥੋਰਾਈਜ਼ਡ ਨੇ, ਜਿਹੜੇ ਕਾਲਜ ਜਿਨ੍ਹਾਂ ਵਿੱਚ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਅਲਾਊਡ ਹੈਗਾ, ਉਹ ਕਾਲਜ ਅਗਰ ਆਫਰ ਲੈਟਰ ਦੇ ਦਿੰਦੇ ਹੈਗੇ ਆ ਤੇ ਉਹ ਠੀਕ ਹੈਗਾ। ਸੂ ਕਾਲਜ ਜਿਸ ਤਰ੍ਹਾਂ ਹੈਗਾ, ਸੂ ਕਾਲਜ ਜਿਹੜਾ ਹੈਗਾ ਪਹਿਲਾਂ ਜਿਹੜਾ ਸੇਂਟ ਮੈਰੀ ਦੇ ਵਿੱਚ ਸੀਗਾ ਮੇਨ ਕੈਂਪਸ, ਉਸਨੇ ਹੁਣ ਬਰੈਂਪਟਨ ਤੇ ਟੋਰੰਟੋ ਦੇ ਵਿੱਚ ਵੀ ਕੈਂਪਸ ਖੋਲ੍ਹ ਲਿੱਤੇ ਨੇ। ਉਹ ਜਿਹੜਾ ਹੈਗਾ ਈਵਨ ਮਾਸਟਰਸ ਨੂੰ ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ ਵਾਲੇ ਨੂੰ ਪੋਸਟ ਗ੍ਰੈਜੂਏਟ ਪ੍ਰੋਗਰਾਮ ਦਿੰਦਾ ਹੈ ਜਿਹੜੇ ਕਿ ਵੀਜ਼ਾ ਵਾਸਤੇ ਸੁਟੇਬਲ ਨੇ ਔਰ ਆਫਰ ਲੈਟਰ ਦਿੰਦਾ। ਇਹਦਾ ਮਤਲਬ ਉਹ ਐਕਸੈਪਟ ਕਰਦੇ ਨੇ, ਉਹ ਐਕਸੈਪਟ ਕਰ। ਅਸੀਂ ਬਹੁਤ ਸਾਰੇ ਕੇਸਿਸ ਦੀ ਮੈਂ ਗੱਲ ਕਰ ਰਿਹਾ ਵੀ ਜਦੋਂ ਹੋਣਾ ਨਹੀਂ ਵੀਜ਼ਾ, ਹਿਡਨ ਚਾਰਜਸ ਸਾਡੇ ਹੈਗੇ ਹੀ ਨਹੀਂ, ਸਵਾਲ ਹੀ ਨਹੀਂ ਹੁੰਦਾ। ਫੀਸ ਅਸੀਂ ਲੈਣੀ ਨਹੀਂ, ਕੰਪਨੀ ਦੇ ਤਕਰੀਬਨ 2000 ਰੁਪਏ ਲੈ ਰਹੇ ਆ ਜਿਹੜੇ ਕਾਗਜ਼ ਪੱਤਰਾਂ ਦਾ ਖਰਚਾ, ਅਸੀਂ ਫੀਸ ਨਹੀਂ ਲੈਂਦੇ ਪਏ। ਪਾਇਨੀਅਰ ਇਮੀਗ੍ਰੇਸ਼ਨ ICCRC ਮੈਂਬਰ, ਤਾਂ ਕਿ ਗਰੀਬ ਜਿਹੜੇ ਕਿ ਅਫੋਰਡ ਨਹੀਂ ਕਰਦੇ ਉਹ ਸਾਡੀ ਓਨੈਸਟ ਜੈਨੂਅਨ ਵਧੀਆ ਐਕਸਪਰਟ ਸਰਵਿਸਿਜ਼ ਤੋਂ ਵਾਂਝੇ ਨਾ ਰਹਿ ਜਾਣ ਤੇ ਜਿਹੜੇ ਫਰੈਸ਼ ਕੇਸਿਸ ਤੋਂ ਨਹੀਂ, ਰਿਫਿਊਜ਼ਡ ਕੇਸਿਸ ਤੋਂ ਥੋੜ੍ਹੇ ਜਿਹੇ ਪੈਸੇ। ਤੇ ਉਸ ਚੀਜ਼ ਨੂੰ ਦੇਖਦੇ ਹੋਏ ਇਹ ਜਿਹੜਾ ਹੈਗਾ ਜਦੋਂ ਚਾਰਜਿਸ ਨਹੀਂ ਲੈਣੇ ਤੇ ਸਾਨੂੰ ਬੈਨੀਫਿਟ ਹੋਣਾ ਹੈਗਾ। ਸਾਡੇ ਸੈਮੀਨਾਰਾਂ ਦੇ ਆਫਿਸ ਦੇ ਖਰਚੇ ਦੇਣੇ ਹੈ ਕਾਲਜਿਸ ਨੇ ਵੀਜ਼ਾ ਤੋਂ ਬਾਅਦ, ਤੇ ਜੇ ਵੀਜ਼ਾ ਨਹੀਂ ਲੱਗਣਾ ਇਹੋ ਜਿਹੇ ਕੇਸ ਅਸੀਂ ਲੈਂਦੇ ਨਹੀਂ। ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ ਲੈਣੇ ਪਏ ਆ, ਵੀਜ਼ਾ ਲੱਗਦੇ ਪਏ ਨੇ। ਈਵਨ ਗ੍ਰੈਜੂਏਟਸ ਜਿਹੜੇ ਨੇ, ਈਵਨ ਮਾਸਟਰਸ, MBA, MCOM, MCA, MTech, ਉਹਨਾਂ ਦੇ ਜਿਹੜੇ ਸਾਰੇ ਜਿਹੜੇ ਇਹੋ ਜਿਹੇ ਬੱਚਿਆਂ ਦੇ ਕਾਲਜ ਆਫਰ ਲੈਟਰ ਦੇਗਾ। ਸੂ ਕਾਲਜ ਦੱਸ ਰਿਹਾ, ਇੱਕ ਹੈਗਾ, ਹੋਰ ਵੀ ਕਾਲਜਿਸ ਨੇ, MITT ਹੈਗਾ, ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡ ਐਂਡ ਟੈਕਨੋਲੋਜੀ, CNC ਹੈਗਾ ਜਿਹੜਾ ਕਾਲਜ ਆਫ ਨਿਊ ਕੈਲੇਡੋਨੀਆ, NBCC ਨਿਊ ਬਰੰਜਵਿਕ ਕਮਿਊਨਿਟੀ ਕਾਲਜ। ਇਹ ਬੜੇ ਸਾਰੇ ਇਹੋ ਜਿਹੇ ਕਾਲਜਿਸ ਨੇ, ਈਵਨ ਕਿ ਹੋਰ ਬੜੇ ਸਾਰੇ ਕਾਲਜਿਸ ਨੇ, ਲਿਸਟ ਹੈਗੀ ਹੈ ਸਾਰੀ। ਇਹ ਕਿਹੜੇ ਕਾਲਜਿਸ ਕਿੰਨੇ ਬੈਂਡਸ ਜ਼ਰੂਰੀ ਨੇ, ਕਿੰਨੇ ਮਾਰਕਸ ਜ਼ਰੂਰੀ ਨੇ, ਸਾਰੀਆਂ ਲਿਸਟਾਂ ਸਾਡੇ ਕੋਲ ਹੁੰਦੀਆਂ, ਸਾਰੀ ਇਨਫੋਰਮੇਸ਼ਨ ਹੁੰਦੀ ਹੈ। ਤੁਹਾਡੇ ਵਾਸਤੇ ਕਿਹੜਾ ਰੈਲੇਵੈਂਟ ਪ੍ਰੋਗਰਾਮ, ਕਿੱਥੇ ਜਾਣਾ ਚਾਹੁੰਦੇ ਹੋ, ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਗੱਲਬਾਤ ਕਰ ਸਕਦੇ ਹੋ। ਔਰ ਜਿਹੜੀ ਤੁਸੀਂ ਮਨੀਸ਼ ਜੀ ਗੱਲ ਕੀਤੀ, ਨੋ ਪ੍ਰੋਬਲਮ ਐਟ ਆਲ, ਵੈਲਕਮ, ਔਰ ਕੋਈ ਡਰਨ ਦੀ ਜ਼ਰੂਰਤ ਨਹੀਂ। ਅਗੇਨ ਉਹੀ ਜਿਹੜੀ ਪਹਿਲਾਂ ਮੈਂ ਗੱਲ ਕਰਦਾ ਪਿਆ ਸੀ, ਜਿਨ੍ਹਾਂ ਕੰਸਲਟੈਂਟਸ ਨੂੰ ਨੌਲੇਜ ਨਹੀਂ ਹੈ, ਧਿਆਨ ਨਹੀਂ ਹੈਗਾ, ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈਗੀ, ਕਾਲਜਿਸ ਦੇ ਡਾਇਰੈਕਟ ਅਸੀਂ ਰਿਪਰੈਜ਼ੈਂਟੇਟਿਵ ਹੈਗੇ ਆ। ਸਾਨੂੰ ਕਾਲਜਿਸ ਸਿੱਧੀ ਇਨਫੋਰਮੇਸ਼ਨ ਭੇਜਦੇ ਨੇ, ਅੰਬੈਸੀ ਨਾਲ ਸਿੱਧਾ ਰਾਬਤਾ ਗੱਲਬਾਤ ਹੁੰਦੀ ਹੈਗੀ ਹੈ ਤੇ ਇਨਫੋਰਮੇਸ਼ਨ ਭੇਜਦੇ ਆ। ICCRC ਜਿਹੜੀ ਕੈਨੇਡੀਅਨ ਗੌਰਮੈਂਟ ਦੀ ਡੈਜ਼ਿਗਨੇਟਿਡ ਬਾਡੀ ਆ, ਉਸ ਦੇ ਅਸੀਂ ਮੈਂਬਰ ਹੈਗੇ ਆ। ICCRC ਦੀ ਵੈਬਸਾਈਟ 'ਤੇ ਨਾਮ ਹੈਗਾ। ਔਰ ਇਸ ਸਾਰੀ ਜਿਸ ਨੂੰ ਮੁੱਖ ਦੀ ਗੱਲ ਕਹਿ ਦਿੰਦੇ ਆਪਾਂ, ਨੌਲੇਜ ਇਜ਼ ਪਾਵਰ, ਤੇ ਉਹ ਨੌਲੇਜ ਦੇ ਚਲਦਿਆਂ ਇਸ ਚੀਜ਼ ਦਾ ਫਾਇਦਾ ਹੈਗਾ। ਔਰ ਇਹ ਜਿਹੜੀ ਇੰਨੇ ਆਈਲੈਟਸ ਬੈਂਡ ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ ਵਾਲੇ, ਵੈਲਕਮ, ਨੋ ਪ੍ਰੋਬਲਮ ਜੀ। ਸੋ ਇੱਕ ਚੀਜ਼ ਹੋਰ ਦੱਸੋ ਕਿ ਕੈਨੇਡਾ ਲਈ ਅਸੀਂ ਆਇਲਸ ਨੂੰ ਤਾਂ ਕਹਿੰਦੇ ਹਾਂ ਕਿ ਆਇਲਸ 6 ਬੈਂਡ, 6.5 ਬੈਂਡ, 7 ਬੈਂਡ। ਬਹੁਤ ਸਾਰੇ ਬੱਚੇ PT ਦੇ ਨਾਲ ਵੀ ਅਪਲਾਈ ਕਰਦੇ ਨੇ, ਟੋਫਲ ਦੇ ਨਾਲ ਵੀ ਅਪਲਾਈ ਕਰਦੇ ਨੇ, ਪਰ ਫਿਰ ਗੱਲ ਉਹੀ ਆ ਜਾਂਦੀ ਕਿ ਪੰਜਾਬ ਦੇ ਵਿੱਚ ਨੀਮ ਹਕੀਮ ਖਤਰਾ ਜਾਣ। ਕੁਝ ਕੰਸਲਟੈਂਟ ਹੁਣ ਕਹਿਣਾ ਸ਼ੁਰੂ ਕਰ ਗਏ ਨੇ ਕਿ PT ਨਹੀਂ ਚੱਲਦੀ ਜਿੱਥੇ, ਟੋਫਲ ਨਹੀਂ ਚੱਲਦਾ ਜਿੱਥੇ। ਗੱਲ ਫਿਰ ਹੋ ਜਾਂਦੀ ਹੈ, ਤੁਸੀਂ ICCRC ਮੈਂਬਰ ਹੋ, ਸਿੱਧੇ ਤੁਹਾਡੇ ਤਾਲੁਕਾਤ ਹੁੰਦੇ ਨੇ, ਹਾਈ ਕਮਿਸ਼ਨ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਕੀ ਪੰਜਾਬ ਦਾ ਬੱਚਾ PT ਜਾਂ ਟੋਫਲ ਕਰਕੇ ਕੈਨੇਡਾ ਲੈ ਸਕਦਾ, ਜਾ ਸਕਦਾ, ਔਰ ਕਾਲਜ ਯੂਨੀਵਰਸਿਟੀ ਨੂੰ ਐਕਸੈਪਟ ਕਰਦੇ ਆ ਔਰ ਹਾਈ ਕਮਿਸ਼ਨ ਨੂੰ ਐਕਸੈਪਟ ਕਰੂਗਾ? ਬਿਲਕੁਲ ਬਿਲਕੁਲ ਮਨੀਸ਼ ਜੀ, ਦੇਖੋ PTE ਔਰ ਟੋਫਲ ਇਹ ਨੌਨ ਐਸਡੀਐਸ ਜਾਂ ਜਨਰਲ ਕੈਟੇਗਰੀ ਦੇ ਵਿੱਚ ਅੰਬੈਸੀ ਐਕਸੈਪਟ ਕਰਦੀ ਹੈ ਔਰ ਇਹ ਇਸ ਦੇ ਨਾਲ ਵੀਜ਼ੇ ਲੱਗਦੇ ਪਏ ਆ, ਕੋਈ ਪ੍ਰੋਬਲਮ ਨਹੀਂ ਹੈਗੀ। ਹਾਲਾਂਕਿ ਇੱਕ ਹੋਰ ਗੱਲ, ਅੱਛਾ, ਇੱਕ ਡੂਲਿੰਗੋ ਟੈਸਟ ਹੈਗਾ, ਜਿਹੜਾ ਡੂਲਿੰਗੋ ਛੇਤੀ ਹੋ ਜਾਂਦਾ, ਫਟਾਫਟ 2 ਦਿਨ ਦੇ ਵਿੱਚ ਟੈਸਟ ਦਿਓ, 2 ਦਿਨ ਦੇ ਵਿੱਚ ਰਿਜ਼ਲਟ। ਉਹ ਡੂਲਿੰਗੋ ਟੈਸਟ ਕਾਲਜ ਯੂਨੀਵਰਸਿਟੀਜ਼ ਲੈਂਦੇ ਨੇ, ਲੇਕਿਨ ਅੰਬੈਸੀ ਨਹੀਂ ਲੈਂਦੀ। ਔਰ PTE ਟੋਫਲ ਜਿਹੜਾ ਹੈ ਉਹ ਕਾਲਜਿਸ ਵੀ ਲੈਂਦੇ ਨੇ
ਔਰ ਐਮਬੈਸੀ ਵੀ ਐਕਸੈਪਟ ਕਰਦੀ ਹੈ ਨੌਨ ਐਸਡੀਐਸ ਜਾਂ ਜਨਰਲ ਕੈਟਾਗਰੀ ਦੇ ਵਿੱਚ। ਕਾਰਨ ਨੌਨ ਐਸਡੀਐਸ ਵਿੱਚ ਕਿਉਂਕਿ ਪ੍ਰੈਫਰਡ ਹੈਗੀ ਆ ਆਈਲੈਟਸ। ਮੇਰਾ ਇਹ ਕਹਿਣਾ ਹੈਗਾ ਕਿ ਜਿਹੜੀ ਪ੍ਰੈਫਰੈਂਸ ਹੈਗੀ ਹੈ ਐਮਬੈਸੀ ਦੀ, ਪ੍ਰੈਫਰਡ ਹੈਗਾ ਜਿਸ ਤੇ ਜ਼ਿਆਦਾ ਭਰੋਸਾ ਹੈਗਾ ਐਮਬੈਸੀ ਨੂੰ, ਆਪਾਂ ਸਟੂਡੈਂਟਸ ਨੂੰ ਮੇਰੀ ਵੱਲੋਂ ਸਲਾਹ ਕਿ ਆਈਲੈਟਸ ਕਰੋ, ਪੀਟੀ ਟੋਫਲ ਜਾਂ ਹੋਰ ਕੋਈ ਟੈਸਟ ਨਹੀਂ, ਆਈਲੈਟਸ ਹੀ ਕਰਨੀ ਚਾਹੀਦੀ, ਇਕੱਲੀ ਆਈਲੈਟਸ। ਤੇ ਜੇ ਆਈਲੈਟਸ 2 3 4 ਵਾਰ ਦਿੱਤਾ ਤੁਹਾਨੂੰ ਸੈਟਿੰਗ ਨਹੀਂ ਬੈਠਦੀ, ਫਿਰ ਤੁਸੀਂ ਪੀਟੀ ਟੋਫਲ ਦੇਖਿਆ, ਤੁਹਾਨੂੰ ਲੱਗਦਾ ਕਿ ਇਹਦੇ ਵਾਸਤੇ ਈਜ਼ੀ ਹੈਗਾ, ਤੇ ਫਿਰ ਠੀਕ ਹੈ ਕਿ ਵੀ 2 3 ਵਾਰੀ ਟੈਸਟ ਦੇ ਲਿਆ, ਬੈਂਡ ਨਹੀਂ ਆ ਰਹੇ ਤੇ ਪੀਟੀ ਟੋਫਲ ਕਰ ਲਓ, ਉਹ ਵੀ ਐਕਸੈਪਟਡ ਹੈਗਾ, ਕੋਈ ਪ੍ਰੋਬਲਮ ਨਹੀਂ ਜੀ। ਸੋ ਦਰਸ਼ਕਾਂ ਫਿਰ ਤੋਂ ਦੱਸ ਦਈਏ ਕਿ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ਜੀ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ, ICCRC ਮੈਂਬਰ ਨੇ। ਸੋ ICCRC ਮੈਂਬਰ ਕੌਣ ਹੁੰਦੇ ਨੇ, ਸਰਕਾਰ ਨੂੰ ਕਿੰਨੇ ਕੁ ਜਵਾਬਦੇਹ ਹੁੰਦੇ ਨੇ, ਅਸੀਂ ਹਰ ਵਾਰ ਤੁਹਾਨੂੰ ਦੱਸਦੇ ਹਾਂ। ਇੱਕ ਇਨਫੋਰਮੇਸ਼ਨ ਜੋ ਇਹਨਾਂ ਵੱਲੋਂ ਦਿੱਤੀ ਜਾਂਦੀ ਹੈ ਉਹ ਇੱਕ ਦਾਇਰੇ ਦੇ ਵਿੱਚ ਰਹਿ ਕੇ ਦਿੱਤੀ ਜਾਂਦੀ ਹੈ, ਸਟੂਡੈਂਟ ਦੇ ਹੱਕ ਦੇ ਵਿੱਚ ਆ ਜਾਂ ਸਟੂਡੈਂਟ ਦੇ ਅਗੇਂਸਟ ਆ, ਸਟੂਡੈਂਟ ਨੂੰ ਮੂੰਹ 'ਤੇ ਦੱਸ ਦਿੱਤਾ ਜਾਂਦਾ, ਕੋਈ ਵੱਲ ਫਰੇਬ ਨਹੀਂ। ਐਡਮਿਸ਼ਨ ਹੋਣੀ ਹੈ ਨਹੀਂ ਹੋਣੀ, ਵੀਜ਼ਾ ਦੇ ਚਾਂਸਿਸ ਕੀ ਹੈ, ਬੱਚੇ ਨੂੰ ਪਹਿਲਾਂ ਦੱਸ ਦਿੱਤੇ ਜਾਂਦੇ। ਸਭ ਤੋਂ ਵੱਡੀ ਗੱਲ ਕਿ ਉਹ ਕਹਿੰਦੇ ਅਸੀਂ ਐਡਵਾਂਸ ਪੈਸੇ ਨਹੀਂ ਲੈਂਦੇ, 1000 2000 ਰੁਪਏ ਅਸੀਂ ਲੈਂਦੇ ਪੇਪਰਾਂ ਦਾ ਜੋ ਸਾਡਾ ਹੁੰਦਾ, ਕੋਈ ਅਸੀਂ ਲੱਖਾਂ ਰੁਪਏ ਐਡਵਾਂਸ ਨਹੀਂ ਲੈਂਦੇ ਬੱਚੇ ਕੋਲ, 1000 ਰੁਪਏ ਐਡਵਾਂਸ ਵੀ ਨਹੀਂ ਲੈਂਦੇ, ਜੋ ਪੇਪਰ ਦਾ ਖਰਚਾ ਸਿਰਫ ਉਹੀ ਲੈਂਦੇ ਆ। ICCRC ਮੈਂਬਰ ਉਹ ਮੈਂਬਰ ਹੁੰਦੇ ਨੇ ਜੋ ਕੈਨੇਡਾ ਸਰਕਾਰ ਹਾਈ ਕਮਿਸ਼ਨ ਵੱਲੋਂ ਅਥੋਰਾਈਜ਼ਡ ਹੁੰਦੇ ਨੇ। ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਇਹਨਾਂ ਦਾ ਨਾਮ ਤੁਸੀਂ ਦੇਖ ਸਕਦੇ ਹੋ, ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ਉਹਨਾਂ ਦਾ। ਸੋ ਆਪਣਾ ਕੋਈ ਵੀ ਅੜਿਆ ਕੇਸ ਤੁਹਾਡੀ ਤੁਸੀਂ ਰਿਫਿਊਜ਼ ਹੋ ਚੁੱਕੇ ਹੋ, ਫਸਟ ਟਾਈਮ ਅਪਲਾਈ ਕਰਨਾ ਚਾਹੁੰਦੇ ਹੋ, ਨੰਬਰ ਘੱਟ ਆ, ਬੈਂਡ ਸਕੋਰ ਘੱਟ ਆ, ਗੈਪ ਪੈ ਗਿਆ ਹੈ, ਤੁਹਾਡਾ ਵੀਜ਼ਾ ਲੱਗ ਸਕਦਾ ਕਿ ਨਹੀਂ ਲੱਗ ਸਕਦਾ, ਉਹਦੇ ਬਾਰੇ ਕੋਈ ਜਾਣਕਾਰੀ ਚਾਹੁੰਦੇ ਹੋ ਡਾਕਟਰ ਰਵੀ ਗਰਗ ਉਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਜੀ। ਇੱਕ ਇਹ ਰੋਕ ਕੇ ਮੈਂ ਗੱਲ ਕਰਦਾ ਕਿ ਹਰ ਮੰਗਲਵਾਰ ਮੈਂ, ਹਾਲਾਂਕਿ ਦੇਖੋ 12 ਆਫਿਸ ਨੇ ਸਾਡੇ, ਔਰ ਮੇਰੇ ਕਾਉਂਸਲਰਸ ਮੈਨੇਜਰਸ ਮੇਰੀ ਡਾਇਰੈਕਟ ਟ੍ਰੇਨਿੰਗ ਦੇ ਨਾਲ ਇਹ ਸਾਰੀਆਂ ਜਿਹੜੀਆਂ ਗੱਲਾਂ ਕਰਦੇ ਪਏ ਆ, ਇਹ ਸਾਰੀ ਐਕਸਪਰਟੀਜ਼ ਸਮਝਦਾਰੀ ਉਹਨਾਂ ਨੂੰ ਟ੍ਰੇਨਿੰਗ ਰਾਹੀਂ ਦਿੱਤੀ ਹੁੰਦੀ ਹੈ, ਔਰ ਬੜਾ ਧਿਆਨ ਨਾਲ ਕੰਮ ਕਰਦੇ ਆ। ਤੁਸੀਂ ਜਿੱਥੇ ਮਰਜ਼ੀ, ਮੈਂ ਨਾ ਵੀ ਹੋਵਾਂ ਤੇ ਉੱਥੇ ਜਾਓ, ਇੱਕ ਇੱਕ ਕਿਹੜਾ ਆਇਆ ਸੀਗਾ, ਉਸ ਦਾ ਪ੍ਰੋਫਾਈਲ ਕੀ ਸੀਗਾ, ਇਹਨਾਂ ਨੇ ਉਹਨੂੰ ਕੀ ਸਲਾਹ ਦਿੱਤੀ, ਇਹ ਸਾਰਾ ਸੌਫਟਵੇਅਰ ਸਿਸਟਮ ਦੇ ਰਾਹੀਂ ਸਾਰਾ ਮੇਰੀ ਨੌਲੇਜ ਔਰ ਧਿਆਨ ਦੇ ਵਿੱਚ ਹੁੰਦਾ ਹੈ। ਲੇਕਿਨ ਮੈਂ ਆਪ ਵੀ, ਜਿਸ ਤਰ੍ਹਾਂ ਤੁਸੀਂ ਮਨੀਸ਼ ਜੀ ਕਿਹਾ ਕਿ ਕੰਪਲਿਕੇਟਡ ਕੇਸਿਸ ਹੁੰਦੇ ਨੇ, ਤੇ ਅਲੱਗ-ਅਲੱਗ ਦਿਨਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ 'ਚ ਅਲੱਗ-ਅਲੱਗ ਥਾਂ 'ਤੇ ਜਾ ਕੇ ਮੈਂ ਵਿਜ਼ਿਟ ਕਰਦਾ ਹੈਗਾ, ਲੋਕਾਂ ਨੂੰ ਮਿਲਦਾ ਹੈਗਾ। ਤੁਹਾਡੇ ਸ਼ਹਿਰ ਦੇ ਵਿੱਚ ਆ ਕੇ ਕੋਰੋਨਾ ਕਰਕੇ ਥੋੜ੍ਹਾ ਜਿਹਾ ਹੁਣ ਰੁਕਾਵਟ ਜੀ ਹੈਗੀ ਹੈ ਤੇ ਅਵੋਇਡ ਵੀ ਕਰਦੇ ਪਏ ਜ਼ਿਆਦਾ ਮਿਲਣਾ, ਲੇਕਿਨ ਹਰ ਮੰਗਲਵਾਰ ਮੇਰੀ ਇਹ ਕੋਸ਼ਿਸ਼, ਹਰ ਮੰਗਲਵਾਰ ਚੰਡੀਗੜ੍ਹ ਆਫਿਸ ਦੇ ਵਿੱਚ ਤੁਹਾਨੂੰ ਮਿਲਣ ਦੀ ਕੋਸ਼ਿਸ਼ ਹੋਏਗੀ। ਆਉਣ ਤੋਂ ਪਹਿਲਾਂ, ਕਿਸੇ ਹੋਰ ਸਿਟੀ ਤੋਂ ਟਰੈਵਲ ਕਰਨ ਤੋਂ ਪਹਿਲਾਂ ਇੱਕ ਵਾਰੀ ਕਨਫਰਮ ਕਰ ਲੈਣਾ ਕਿ ਇਸ ਆਉਂਦੇ ਮੰਗਲਵਾਰ ਨੂੰ ਮੈਂ ਹੋਊਂਗਾ ਆਫਿਸ ਦੇ ਵਿੱਚ, ਚੰਡੀਗੜ੍ਹ ਆਫਿਸ ਦੇ ਵਿੱਚ ਆ ਕੇ ਮਿਲ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਲੇਕਿਨ ਕਈ ਵਾਰੀ ਜ਼ਿਆਦਾ ਵੀਕ ਪ੍ਰੋਫਾਈਲ ਹੈਗਾ, ਮੰਨ ਲਓ 5 ਬੈਂਡ ਵਾਲੇ ਆ ਕੇ ਕਹਿੰਦੇ ਨੇ ਕਿ ਰਵੀ ਗਰਗ ਜੀ ਨੂੰ ਮਿਲਣਾ ਹੈਗਾ, ਨਹੀਂ ਐਲੀਜੀਬਲ, ਤੇ ਮੇਰੇ ਬੰਦੇ ਜਿਹੜੇ ਨੇ ਮੈਨੇਜਰ ਕਾਉਂਸਲਰ ਕਹਿ ਦੇਣਗੇ ਕਿ ਤੁਹਾਡਾ ਕੇਸ ਨਹੀਂ ਹੋ ਸਕਦਾ, ਤੇ ਮੇਰੇ ਨਾਲ ਮਿਲ ਕੇ ਜਿਹੜਾ ਹੈ ਉਹ ਆਪਾਂ ਟਾਈਮ ਬਚਾ ਲਈਏ, ਉਹ ਹੋਰ ਇਹੋ ਜਿਹੇ ਕੇਸਿਸ ਨੂੰ ਦੇ ਦਈਏ ਜਿਹੜੇ ਕਿ ਜਾ ਸਕਦੇ ਨੇ, ਜਿਨ੍ਹਾਂ ਨੂੰ ਅਸੀਂ ਭੇਜ ਸਕਦੇ ਹਾਂ, ਤੇ ਹੋ ਸਕਦਾ ਮੈਨੂੰ ਨਾ ਮਿਲਾਉਣ, ਤੇ ਤੁਸੀਂ ਉਹਨਾਂ ਤੋਂ ਵੀ ਸਲਾਹ ਲੈ ਕੇ ਜਾ ਸਕਦੇ ਹੋ। ਉਹਨਾਂ ਦੀ ਸਲਾਹ ਦੀ ਵੀ ਮੈਂ ਜ਼ਿੰਮੇਵਾਰੀ ਲੈਣਾ, ਕੋਈ ਚਿੰਤਾ ਦੀ ਜ਼ਰੂਰਤ ਨਹੀਂ। ਔਰ ਜਿਨ੍ਹਾਂ ਦਾ ਕੇਸ ਹੋਣ ਵਾਲੇ ਨੇ ਉਹਨਾਂ ਨੂੰ ਮੈਂ ਮਿਲਦਾ ਹੈਗਾ, ਥੋੜ੍ਹਾ ਜਿਹਾ ਘੱਟ ਟਾਈਮ ਲੈ ਕੇ ਫਟਾਫਟ ਸਵਾਲ ਕਰਕੇ ਆਪਣਾ ਕੰਮ ਕਰਾ ਸਕਦੇ ਹੋ। ਲੇਕਿਨ ਆਫ ਕੋਰਸ ਮੈਂ ਲੱਕੀ ਹੈਗਾ, ਮੈਂ ਜਿਹਨੂੰ ਤੁਸੀਂ ਮਿਲਣਾ ਚਾਹੁੰਦੇ ਹੈਗੇ, ਔਰ ਮਿਲ ਕੇ ਤੁਸੀਂ, ਤੁਹਾਡੀ ਤਸੱਲੀ ਹੁੰਦੀ ਹੈਗੀ ਹੈ, ਔਰ ਡੈਫੀਨੇਟਲੀ 100% ਓਨੈਸਟੀ ਟਰਾਂਸਪੇਰੈਂਸੀ ਹਰ ਆਫਿਸ ਦੇ ਵਿੱਚ ਮਿਲੇਗੀ। ਐਕਸਪਰਟੀਜ਼ ਦੇ ਨਾਲ ਤੁਹਾਨੂੰ ਕੇਅਰ ਜਿਹੜਾ ਕਰ ਦਿੰਦੇ ਆ, ਤੇ ਤੁਸੀਂ ਡੈਫੀਨੇਟਲੀ ਵੈਲਕਮ ਹਰ ਮੰਗਲਵਾਰ ਜੀ। ਸੋ ਅਪਾਇੰਟਮੈਂਟ ਫਿਕਸ ਕਰਨ ਲਈ, ਮਿਲਣ ਦੇ ਲਈ ਨੰਬਰ ਨੋਟ ਕਰ ਲਵੋ, 70613 70613 70613 70613। 13 ਆਫਿਸਿਸ ਨੇ, 12-13 ਆਫਿਸਿਸ ਹੈਗੇ ਨੇ, ਜਿੱਥੇ ਤੁਸੀਂ ਆਉਣ ਤੋਂ ਪਹਿਲਾਂ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਫਿਰ ਆਓ, ਕਿਉਂਕਿ ਪੰਜਾਬ ਸਰਕਾਰ ਦੀ ਕੋਵਿਡ ਦੀ ਗਾਈਡਲਾਈਨਸ ਨੂੰ ਵੀ ਅਸੀਂ ਫੋਲੋ ਕਰਨਾ ਹੈ। ਨੰਬਰ ਨੋਟ ਕਰ ਲਓ ਇੱਕ ਵਾਰ ਫਿਰ ਤੋਂ, ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ਉਹਨਾਂ ਨਾਲ ਅਪਾਇੰਟਮੈਂਟ ਫਿਕਸ ਕਰਨਾ ਚਾਹੁੰਦੇ ਹੋ, ICCRC ਮੈਂਬਰ ਨੇ, 70613 70613। ਸੋ ਫਿਲਹਾਲ ਜਾ ਚਾਹੁੰਦੇ ਹਾਂ ਇੱਕ ਜਿਹੜੀ ਛੋਟੀ ਜਿਹੀ ਗੱਲ, ਖੁਸ਼ੀ ਦੀ ਗੱਲ ਇਹ ਹੈ ਕਿ ਦੇਖੋ ਮਾਰਚ ਤੋਂ ਜਿਹੜਾ ਲੱਗਿਆ ਹੋਇਆ ਸੀਗਾ ਕੋਵਿਡ ਦਾ ਰੁਕਾਵਟਾਂ, ਉਹ ਸਾਰੇ ਪਿਛਲੇ ਵੀਜ਼ੇ ਤਕਰੀਬਨ ਸਾਰੇ ਨਿਕਲ ਚੁੱਕੇ ਨੇ, ਬੈਕਲੌਗ ਕਲੀਅਰ ਹੋ ਗਿਆ, ਫਿੰਗਰ ਪ੍ਰਿੰਟਿੰਗ ਬਾਇਓਮੈਟ੍ਰਿਕਸ ਹੋ ਗਈ, ਫਟਾਫਟ ਸਾਰਿਆਂ ਦੇ ਵੀਜ਼ੇ ਲੱਗ ਗਏ, ਬੱਚੇ ਸਾਰੇ ਕੈਨੇਡਾ ਜਾ ਸਕਦੇ ਨੇ, ਭਾਵੇਂ ਇੰਡੀਆ ਤੋਂ ਪੜ੍ਹ ਕੇ ਆਨਲਾਈਨ ਸਟੱਡੀ ਕਰਨ, ਭਾਵੇਂ ਕੈਨੇਡਾ ਆਨਲਾਈਨ ਸਟੱਡੀ ਹੀ ਕਰਨੀ ਹੈ ਮਈ ਦੀ ਜ਼ਿਆਦਾਤਰ, ਔਰ ਉਹ ਸਾਰੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਐਲੀਜੀਬਲ, ਔਰ ਜ਼ਿਆਦਾਤਰ ਦੇ ਵੀਜ਼ੇ। ਕੋਈ ਕੇਸ ਰੁਕੇ ਹੋਏ ਨੇ, ਅੰਬੈਸੀ ਨੂੰ ਅਸੀਂ ਰਿਮਾਈਂਡਰ ਭੇਜ ਰਹੇ ਹਾਂ, ਫਟਾਫਟ ਆ ਜਾਣਗੇ, ਕੋਈ ਡਰਨ ਦੀ ਜ਼ਰੂਰਤ ਨਹੀਂ ਜੀ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ।